ਰਵਿੰਦਰ ਜੀ ਗੱਲ ਕੀਤੀ ਜਾਵੇ ਤਾਂ ਅਸੀਂ ਦੇਖਦੇ ਹਾਂ ਕਿ 1984 ਦਾ ਦੌਰ ਤੁਸੀਂ ਕਹਿੰਦੇ ਤੁਸੀਂ ਸੰਤਾਂ ਦੀ ਸੰਗਤ ਵੀ ਕੀਤੀ ਹੋਈ ਹੈ, ਤੁਸੀਂ ਉਹ ਦੌਰ ਦੇਖਿਆ ਹੈ ਆਪਣੀ ਅੱਖੀਂ। ਉਸ ਵੇਲੇ ਜੋ ਮਾਹੌਲ ਸੀ, ਜੋ ਵੈਕਿਊਮ ਉਸ ਵੇਲੇ ਕ੍ਰੀਏਟ ਹੋਇਆ, ਜੋ ਕੇਂਦਰ ਦੀ ਸਰਕਾਰ ਨੇ ਕੀਤਾ। ਦੇਖੋ ਜੀ, ਉਸ ਸਮੇਂ ਤਾਂ ਉਮਰ ਸਾਡੀ ਬਹੁਤ ਘੱਟ ਸੀਗੀ ਜਦੋਂ ਉਹਨਾਂ ਦੇ ਦਰਸ਼ਨ ਵੀ ਕੀਤੇ, ਪਰ ਅਸੀਂ ਜਿਉਂ-ਜਿਉਂ ਮੈਗਜ਼ੀਨ ਪੜ੍ਹਦੇ ਰਹਿੰਦੇ ਸੀ, ਸਮਝਦੇ ਰਹਿੰਦੇ ਸੀ ਹਾਲਾਤਾਂ ਬਾਰੇ। ਜੋ ਕੁਝ ਉਸ ਦੇ ਸਾਹਮਣੇ ਫਿਰ ਖੜਕੂਬਾਦ ਦਾ ਸਮਾਂ ਆਇਆ ਵਿੱਚ ਉਸ ਅਨੁਸਾਰ ਵੀ ਦੇਖਦੇ ਰਹੇ, ਪਰ ਇਹ ਸਮਝ ਨਹੀਂ ਸੀ ਕਿ ਇਹ ਕਿਸ ਕਦਰ ਜੋ ਛਿੱਟਾ ਸਾਡਾ ਨਿਕਲੇਗਾ। ਅਗਰ ਗੱਲ ਜਿੱਥੇ ਸ਼ੰਭੂ ਮੋਰਚੇ ਦੀ ਕਰ ਲਈਏ, ਉੱਥੇ ਜਾ ਕੇ ਫਿਰ ਤੋਂ ਵਿਖਰੇਵੇਂ ਪੈਣੇ ਸ਼ੁਰੂ ਹੋ ਜਾਂਦੇ ਨੇ ਕਿ ਇਹ ਅੱਜ ਕੱਲ੍ਹ ਦਾ ਜਵਾਕ ਆਇਆ ਸਾਨੂੰ ਸਮਝਾਊਗਾ, ਸਾਡੇ ਦਾੜੇ ਚਿੱਟੇ ਹੋ ਗਏ, ਅਸੀਂ ਗੋਲੀਆਂ ਖਾਧੀਆਂ, ਅਸੀਂ ਡਾਂਗਾਂ ਖਾਧੀਆਂ, ਅਸੀਂ ਕਿਸਾਨਾਂ ਦੇ ਇੰਨੇ ਸੰਘਰਸ਼ ਲੜੇ ਤੇ ਹੁਣ ਅਸੀਂ ਇਸ ਦੇ ਹਿਸਾਬ ਦੇ ਨਾਲ ਚੱਲਾਂਗੇ। ਦੂਸਰੇ ਕੋਈ ਬਖਰੇਵੇਂ ਕਿਤੇ ਨਾ ਕਿਤੇ ਨਜ਼ਰ ਆ ਰਹੇ ਨੇ। ਸ਼ਾਇਦ ਇਹੀ ਨੁਕਸਾਨ ਸਾਡਾ ਹੈਗਾ ਕਿ ਉੱਪਰੋਂ ਇੱਕ ਤਾਲਮੇਲ ਕਮੇਟੀ ਸਾਂਝੀ ਹੋਣੀ ਚਾਹੀਦੀ ਹੈ, ਇੱਕ ਆਦੇਸ਼ ਹੋਣਾ ਚਾਹੀਦਾ ਹੈ, ਉਸ ਦੇ ਤਹਿਤ ਅਸੀਂ ਚੱਲੀਏ। ਇਸ ਦੇ ਵਿੱਚੋਂ ਹੁਣ ਅਸੀਂ ਆਪਣੀ ਹੋਂਦ ਲੱਭਣ ਦੀ ਬਜਾਏ ਖੁਦ ਜੋ ਸਾਡੀ ਹੋਂਦ ਨੂੰ ਖਤਰਾ ਹੈ ਉਸ ਨੂੰ ਬਚਾਉਣ ਦੇ ਲਈ ਸੋਚੀਏ, ਤਾਂ ਹੀ ਕੁਝ ਹੋ ਸਕਦਾ ਜੀ। ਦੀਪ ਸਿੱਧੂ ਦੇ ਜੋ ਮੰਗਾਂ ਰੱਖੀਆਂ ਨੇ, ਜਿਸ ਤਰੀਕੇ ਨਾਲ ਉਹ ਨੌਜਵਾਨ ਚੱਲ ਰਿਹਾ, ਤੁਹਾਨੂੰ ਕੀ ਲੱਗਦਾ ਉਹ ਸਹੀ ਚੱਲ ਰਿਹਾ ਆਪਣੇ ਰਾਹ ਦੇ ਉੱਤੇ? ਕੌਣ ਗਲਤ ਹੈ? ਕਿਸਾਨ ਜਥੇਬੰਦੀਆਂ ਤੁਹਾਨੂੰ ਗਲਤ ਲੱਗ ਰਹੀਆਂ, ਉਹ ਨੌਜਵਾਨ ਗਲਤ ਲੱਗ ਰਹੇ? ਨਹੀਂ, ਕਿਤੇ ਨਾ ਕਿਤੇ ਜੇਕਰ ਜ਼ਿਆਦਾ ਦੇਖਿਆ ਜਾਵੇ, ਭਾਵੇਂ ਕਿਸਾਨ ਜਥੇਬੰਦੀਆਂ ਆਪਣੇ ਥਾਂ ਤੇ ਕੰਮ ਕਰ ਰਹੀਆਂ ਨੇ, ਪਰ ਜੋ ਪਹਿਲਾਂ ਹਾਲਾਤ ਹੋਏ ਨੇ ਉਹਨਾਂ ਨੂੰ ਦੇਖ ਕੇ ਜਿੱਥੇ ਦੀਪ ਸਿੱਧੂ ਸਵਾਲ ਖੜੇ ਕਰ ਰਿਹਾ, ਕਿਤੇ ਨਾ ਕਿਤੇ ਉਹ ਸੋਚਣ ਲਈ ਮਜਬੂਰ ਜ਼ਰੂਰ ਕਰਦੇ ਨੇ। ਗੱਲ ਹੱਲੇ ਵੀ ਸੰਗਤ ਨੂੰ ਸਮਝ ਨਹੀਂ ਆਈ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿ ਦੀਪ ਸਿੱਧੂ ਆਪਣੀ ਥਾਂ ਦੇ ਉੱਤੇ ਸਹੀ ਤੁਹਾਨੂੰ ਲੱਗਦਾ ਹੈ ਜਾਂ ਕਿਸਾਨ ਜਥੇਬੰਦੀਆਂ ਤੁਹਾਨੂੰ ਆਪਣੀ ਥਾਂ ਦੇ ਉੱਤੇ ਸਹੀ ਲੱਗਦੀ? ਕਿਤੇ ਨਾ ਕਿਤੇ ਜਦੋਂ ਅਸੀਂ ਸਿਧਾਂਤ ਤੇ ਟੁੱਟੇ ਆ ਤਾਂ ਇਹ ਕੁਝ ਨੁਕਸਾਨ ਸਾਨੂੰ ਝੱਲਣਾ ਪਿਆ। ਅਗਰ ਸਿਧਾਂਤ ਤੋਂ ਬਿਨਾਂ ਇਹ ਗੱਲਬਾਤ ਸਿਰੇ ਨਹੀਂ ਹੋ ਸਕਦੀ, ਉਹਦੀ ਪਾਲਣਾ ਜ਼ਰੂਰੀ ਕਰਨੀ ਪਵੇਗੀ। ਇਹ ਗੱਲ ਵਿੱਚ ਉਸ ਦੇ ਵਿੱਚ ਦਮ ਹੈ। ਜਦੋਂ ਆਲ ਇੰਡੀਆ ਸਿੱਖ ਸਟੂਡੈਂਟ ਦੀ ਫੈਡਰੇਸ਼ਨ ਦੀ ਸਟੇਜ ਲੱਗੀ ਹੋਈ ਸੀ ਤੇ ਉਸ ਵੇਲੇ ਕੀ ਵਾਪਰ ਰਿਹਾ ਸੀ ਜਦੋਂ ਬਾਦਲ ਸਾਹਿਬ? ਉਸ 'ਤੇ ਤਕਰੀਬਨ ਲੱਖਾਂ ਦਾ ਇਕੱਠ ਸੀ। ਉਸ ਸਮੇਂ ਬਾਦਲ ਸਾਹਿਬ ਸਟੇਜ 'ਤੇ ਚੜ੍ਹਨ ਲਈ ਆਏ, ਸਟੇਜ 'ਤੇ ਬੈਠਣ ਲਈ ਆਏ, ਸੋ ਅਸੀਂ ਉਸ ਨੂੰ ਰੋਕਿਆ। ਗੁਰਬਾਣੀ ਅਖੰਡ ਬਾਣੀ ਦੇਖ ਰਹੀ ਦੇਸ਼ ਵਿਦੇਸ਼ ਦੀ ਸੰਗਤ ਦਾ ਮੈਂ ਪ੍ਰੀਤ ਸੈਣੀ ਸਵਾਗਤ ਕਰਦਾ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਸਫਰੇ ਸਿੱਖੀਜ਼ਮ ਦੇ ਵਿੱਚ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਵੇਲੇ ਪੰਜਾਬ ਦੇ ਵਿੱਚ ਅਤੇ ਹਰਿਆਣਾ ਦੇ ਵਿੱਚ ਇੱਕ ਅਜਿਹਾ ਮਾਹੌਲ ਖੜਾ ਹੋ ਰਿਹਾ ਹੈ ਜਿਸ ਨੂੰ ਵੇਖ ਕੇ ਇੱਕ ਵਾਰ ਮੁੜ ਕੇਂਦਰ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਰਹੀ ਹੈ, ਕਿਉਂਕਿ ਕੇਂਦਰ ਸਰਕਾਰ ਨੇ ਇੱਕ ਵਾਰ ਮੁੜ ਪੰਜਾਬ ਦੇ ਕਿਸਾਨ ਦੇ ਦਿਲ ਉੱਤੇ, ਉਸ ਦੀ ਮਾਂ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਿਸਾਨ ਨੂੰ, ਪੰਜਾਬ ਦੇ ਨੂੰ ਇਹ ਕਦੇ ਬਰਦਾਸ਼ਤ ਨਹੀਂ। ਜੋ ਆਰਡੀਨੈਂਸ ਪਾਸ ਕਰਕੇ ਕਾਨੂੰਨ ਦੇ ਵਿੱਚ ਪੰਜਾਬ ਉੱਤੇ, ਹਰਿਆਣਾ ਉੱਤੇ ਥੋਪ ਦਿੱਤੇ ਗਏ ਨੇ, ਉਹ ਕਾਨੂੰਨਾਂ ਦਾ ਲਗਾਤਾਰ ਵਿਰੋਧ ਹੋ ਰਿਹਾ। ਥਾਂ ਥਾਂ ਉੱਤੇ ਮੋਰਚੇ ਲੱਗੇ ਹੋਏ ਨੇ, ਥਾਂ ਥਾਂ ਉੱਤੇ ਧਰਨੇ ਲੱਗੇ ਹੋਏ ਨੇ। ਪੰਜਾਬ ਦੀ ਨੌਜਵਾਨੀ, ਮਜ਼ਦੂਰ, ਕਿਸਾਨੀ, ਇਹ ਇੱਕ ਅਜਿਹੀ ਏਕਤਾ ਦੇ ਜੁੱਟ ਵਿੱਚ ਆ ਗਈ ਹੈ ਜਿਸ ਨੂੰ ਤੋੜਨਾ ਹੁਣ ਨਾਮੁਮਕਿਨ ਜਿਹਾ ਲੱਗ ਰਿਹਾ ਹੈ। ਪਰ ਫਿਰ ਵੀ ਡਰ ਕਿਤੇ ਨਾ ਕਿਤੇ ਇਹ ਹੈ ਕਿ ਬਹੁਤ ਮੋਰਚੇ ਪਹਿਲਾਂ ਲੱਗੇ, ਬਹੁਤ ਸੰਘਰਸ਼ ਪਹਿਲਾਂ ਲੜੇ ਗਏ। ਕਿਸਾਨ ਜਥੇਬੰਦੀਆਂ 40-40, 50-50 ਸਾਲ ਤੋਂ ਸੰਘਰਸ਼ ਲੜਦੀਆਂ ਆ ਰਹੀਆਂ ਨੇ, ਪਰ ਹਮੇਸ਼ਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੋੜ 'ਤੇ ਜਾ ਕੇ ਵਿਫਲ ਹੁੰਦੀਆਂ ਰਹੀਆਂ। ਸਾਡੇ ਨਾਲ ਕਈ ਅਜਿਹੀਆਂ ਸ਼ਖਸੀਅਤਾਂ ਮੌਜੂਦ ਨੇ ਜਿਨ੍ਹਾਂ ਨੇ 84 ਦੇਖੀ ਹੈ, ਜਿਨ੍ਹਾਂ ਨੇ ਅੱਤਵਾਦ ਦਾ ਵੇਲਾ ਵੇਖਿਆ ਹੈ, ਜਿਨ੍ਹਾਂ ਨੇ ਸੰਗਤਾਂ ਦੀ ਸੰਗਤ ਵੀ ਕੀਤੀ ਹੈ। ਪਰ ਅੱਜ ਜਦੋਂ ਮੁੜ ਇਹ ਵੇਲਾ ਆਇਆ ਹੈ ਕਿ ਪੰਜਾਬ ਦੀ ਹੋਂਦ ਖਤਰੇ ਵਿੱਚ ਹੈ, ਤਾਂ ਉਹ ਕੀ ਸੋਚਦੇ ਨੇ ਇਸ ਮਾਹੌਲ ਬਾਰੇ, ਕੀ ਸੋਚ ਰਹੇ ਨੇ ਕੇਂਦਰ ਸਰਕਾਰ ਦੀ ਸੋਚ ਬਾਰੇ, ਕੀ ਸੋਚ ਰਹੇ ਨੇ ਪੰਜਾਬ ਦੀ ਨੌਜਵਾਨੀ ਬਾਰੇ, ਉਸ 'ਤੇ ਚਰਚਾ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਇਹ ਚਾਹਾਂਗਾ ਕਿ ਤੁਸੀਂ ਆਪਣੇ ਬਾਰੇ ਸੰਗਤ ਨੂੰ ਥੋੜ੍ਹੀ ਜਿਹੀ ਜਾਣਕਾਰੀ ਦਿਓ। ਦਾਸ ਰਵਿੰਦਰ ਸਿੰਘ ਜੀ, ਪਿੰਡ ਵਜੀਦਪੁਰ, ਜੋ ਕਿ ਜ਼ਿਲ੍ਹਾ ਮੋਹਾਲੀ ਦੇ ਬਲਾਕ ਮਾਜਰੀ ਅਧੀਨ ਪੈਂਦਾ ਜੀ ਸਾਡੇ। ਗੁਰਮੀਤ ਸਿੰਘ ਛਾਂਟੂ, ਪਿੰਡ ਮਾਨਕਪੁਰ ਸ਼ਰੀਫ। ਬਾਕੀ ਇਹ ਬਲਾਕ ਦੇ ਨੇੜੇ ਸਾਰੇ ਇਕੱਠੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਹਰਜੀਤ ਸਿੰਘ ਹਰਮਨ, ਸੇਵਾਦਾਰ, ਗੁਰਦੁਆਰਾ ਗੜੀ ਭੌਰਕਾ ਸਾਹਿਬ, ਬਲਾਕ ਮਾਜਰੀ, ਮੋਹਾਲੀ। ਅਤੇ ਅਸੀਂ ਇਲਾਕੇ ਵਿੱਚ ਰਲ ਮਿਲ ਕੇ ਲੋਕ ਹਿੱਤ ਮਿਸ਼ਨ, ਇੱਕ ਮਿਸ਼ਨ ਬਣਾਇਆ ਗਿਆ, ਇੱਕ ਅਸੀਂ ਰਲ ਮਿਲ ਕੇ ਇੱਕ ਸੰਸਥਾ ਬਣਾਈ ਜਿਹੜੀ ਕਿ ਕਿਸਾਨਾਂ ਦੇ ਜੋ ਵੀ ਇਹ ਕਿਸਾਨਾਂ ਨਾਲ ਹੋਇਆ, ਉਹ ਧੱਕਾ ਹੋਇਆ, ਉਹਨੂੰ ਅਸੀਂ ਸਾਰਿਆਂ ਨੇ ਇਕੱਤਰ ਹੋ ਕੇ, ਸਾਰੇ ਨੌਜਵਾਨ ਪੀੜ੍ਹੀ ਅਤੇ ਕਿਸਾਨ ਜੋ ਜਿੰਨੇ ਵੀ ਹੈ, ਅਸੀਂ ਰਲ ਮਿਲ ਕੇ ਇਹ ਸੰਸਥਾ ਕਾਇਮ ਕੀਤੀ ਹੈ। ਅਤੇ ਹੁਣ ਅਸੀਂ ਟੋਲ ਪਲਾਜੇ ਬੜੌਦੀ ਧਰਨਾ ਲਾਇਆ ਹੋਇਆ ਹੈ। ਤੋ ਬਾਕੀ
ਜੋ ਵਿਚਾਰ ਹੈ ਰਵਿੰਦਰ ਸਿੰਘ ਵਜੀਦਪੁਰ ਦੱਸਣਗੇ ਜੀ। ਜੀ ਰਵਿੰਦਰ ਜੀ, ਗੱਲ ਕੀਤੀ ਜਾਵੇ ਤਾਂ ਅਸੀਂ ਦੇਖਦੇ ਹਾਂ ਕਿ 1984 ਦਾ ਦੌਰ, ਤੁਸੀਂ ਕਹਿੰਦੇ ਤੁਸੀਂ ਸੰਤਾਂ ਦੀ ਸੰਗਤ ਵੀ ਕੀਤੀ ਹੋਈ ਹੈ, ਤੁਸੀਂ ਉਹ ਦੌਰ ਦੇਖਿਆ ਹੈ ਆਪਣੀ ਅੱਖੀਂ। ਉਸ ਵੇਲੇ ਜੋ ਮਾਹੌਲ ਸੀ, ਜੋ ਵੈਕਿਊਮ ਉਸ ਵੇਲੇ ਕ੍ਰੀਏਟ ਹੋਇਆ, ਜੋ ਕੇਂਦਰ ਦੀ ਸਰਕਾਰ ਨੇ ਕੀਤਾ, ਮੈਂ ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੀ ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ ਅਤੇ ਤੁਸੀਂ ਕੀ ਕੁਝ ਦੇਖਿਆ, ਕੀ ਕੁਝ ਤੁਹਾਨੂੰ ਉਸ ਵੇਲੇ ਦੀਆਂ ਸਰਕਾਰਾਂ ਦੀਆਂ ਕੀਤੀਆਂ ਨੀਤੀਆਂ ਦਾ ਸਮਝ ਆਇਆ? ਦੇਖੋ ਜੀ, ਉਸ ਸਮੇਂ ਤਾਂ ਉਮਰ ਸਾਡੀ ਬਹੁਤ ਘੱਟ ਸੀਗੀ ਜਦੋਂ ਉਹਨਾਂ ਦੇ ਦਰਸ਼ਨ ਵੀ ਕੀਤੇ, ਪਰ ਅਸੀਂ ਜਿਉਂ-ਜਿਉਂ ਮੈਗਜ਼ੀਨ ਪੜ੍ਹਦੇ ਰਹਿੰਦੇ ਸੀ, ਸਮਝਦੇ ਰਹਿੰਦੇ ਸੀ ਹਾਲਾਤਾਂ ਬਾਰੇ। ਜੋ ਕੁਝ ਉਸ ਦੇ ਸਾਹਮਣੇ ਫਿਰ ਖੜਕੂਬਾਦ ਦਾ ਸਮਾਂ ਆਇਆ ਵਿੱਚ ਉਹ ਉਸ ਅਨੁਸਾਰ ਵੀ ਦੇਖਦੇ ਰਹੇ, ਪਰ ਇਹ ਸਮਝ ਨਹੀਂ ਸੀ ਕਿ ਇਹ ਕਿਸ ਕਦਰ ਜੋ ਛਿੱਟਾ ਸਾਡਾ ਨਿਕਲੇਗਾ। ਪਰ ਉਸ ਤੋਂ ਅੱਗੇ ਜਿਉਂ-ਜਿਉਂ ਉਸ ਨੂੰ ਕਿਉਂਕਿ ਅੱਖੀਂ ਦੇਖਿਆ, ਜੋ ਫਿਰ ਸਮਝ ਆਉਂਦੀ ਗਈ ਕਿ ਕਿਤੇ ਨਾ ਕਿਤੇ ਸਾਡੀ ਜੋ ਸਾਡੇ ਵਿੱਚ ਭਾਵਨਾ ਵਾਲੇ ਬੈਠੇ ਨੇ, ਚੰਗੀ ਬਿਰਤੀ ਵਾਲੇ ਨੇ, ਪਰ ਉਹ ਕੁਝ ਕੋਸ਼ਿਸ਼ ਕਰਦੇ ਨੇ, ਕੁਝ ਸਾਡੇ ਆਪਣੇ ਉਸ ਨੂੰ ਸੰਘਰਸ਼ ਨੂੰ ਰੋਕਣ ਦੇ ਲਈ ਜੋ ਹੱਕੀ ਮੰਗਾਂ ਨੇ, ਭਾਵੇਂ ਉਹ ਚੰਡੀਗੜ੍ਹ ਦੀਆਂ ਹੋਣ, ਪੰਜਾਬੀ ਬੋਲੀ ਦੀਆਂ ਹੋਣ, ਪਾਣੀਆਂ ਦੇ ਹੋਣ, ਸਾਡੇ ਮੁੱਖ ਮੰਗਾਂ ਨੂੰ ਵੀ ਸਾਡੇ ਆਪਣਿਆਂ ਨੇ ਕਿਤੇ ਬੇੜੀਆਂ ਦੇ ਵਿੱਚ ਬੱਟੇ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਆਪਣਿਆਂ ਨੇ ਬੇੜੀਆਂ 'ਚ ਬੱਟੇ ਪਾਉਣ ਦੀ ਕੋਸ਼ਿਸ਼ ਕੀਤੀ, ਉਹ ਤਾਂ ਦੁਨੀਆ ਜਾਣਦੀ ਹੈ। ਕਿਉਂਕਿ ਅਸੀਂ ਅਗਰ 47 ਤੋਂ ਲੈ ਕੇ 84 ਤੱਕ ਦੀ ਗੱਲ ਕਰ ਲਈਏ, 84 ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰ ਲਈਏ, ਕਿਤੇ ਨਾ ਕਿਤੇ ਸਾਡੇ ਆਪਣੇ ਨੇ ਜਿਹੜੇ ਮੋਰਚਿਆਂ ਦੇ ਵਿੱਚ ਪਹਿਲਾਂ ਆਗੂ ਬਣ ਕੇ ਸਾਹਮਣੇ ਲੱਗਦੇ ਰਹੇ ਅਤੇ ਉਸ ਤੋਂ ਬਾਅਦ ਉਹ ਆਪ ਬੰਦ ਕਮਰਿਆਂ 'ਚ ਬਹਿ ਕੇ ਮੀਟਿੰਗਾਂ ਕਰਕੇ ਮੋਰਚੇ ਡੇਗਦੇ ਰਹੇ ਅਤੇ ਆਪ ਆਪਣੀਆਂ ਜੇਬਾਂ ਭਰਦੇ ਰਹੇ। ਤੁਹਾਡੇ ਵਿੱਚੋਂ ਵੀ ਬਹੁਤ ਜਾਣੇ ਹੋਣਗੇ ਜਿਨ੍ਹਾਂ ਨੇ ਅਕਾਲੀਆਂ ਨੂੰ ਵੀ ਸਮਰਥਨ ਕੀਤਾ ਹੋਏਗਾ, ਜਿਨ੍ਹਾਂ ਨੇ ਕਾਂਗਰਸ ਨੂੰ ਵੀ ਸਮਰਥਨ ਕੀਤਾ ਹੋਏਗਾ, ਅਤੇ ਇਹ ਉਹ ਰਵਾਇਤੀ ਪਾਰਟੀਆਂ ਨੇ ਜਿਹੜੀਆਂ ਹਮੇਸ਼ਾ ਪੰਜਾਬ ਨੂੰ ਖੌਰੂ ਲਾਉਂਦੀਆਂ ਆਈਆਂ ਨੇ। ਪਰ ਫਿਰ ਵੀ ਅਸੀਂ ਕਿਉਂ ਸਾਲ ਦਰ ਸਾਲ, ਦਹਾਕਿਆਂ ਦੇ ਦਹਾਕੇ ਇਹਨਾਂ ਕੋਲੋਂ ਬੇਵਕੂਫ ਬਣਦੇ ਆਏ ਹਾਂ? ਇਹ ਸਾਡੀ ਬਿਲਕੁਲ ਤਰਾਸਦੀ ਰਹੀ ਹੈ ਜੀ ਕਿ ਅਸੀਂ ਇਹਨਾਂ ਪਾਰਟੀਆਂ ਦੇ ਚੁਗਲ ਵਿੱਚੋਂ ਬਾਹਰ ਨਹੀਂ ਨਿਕਲ ਸਕੇ। ਕਿਉਂ? ਲੱਗਦਾ ਕਿ ਅਸੀਂ ਸਵਾਰਥ ਅਧੀਨ ਅਸੀਂ ਆਪਣੇ ਅਸਲ ਮਕਸਦ ਨੂੰ ਸਮਝ ਹੀ ਨਹੀਂ ਸਕੇ। ਜੇਕਰ ਆਪਣੇ ਅਸੀਂ ਹੱਕਾਂ ਪ੍ਰਤੀ ਸੰਜੀਦਾ ਹੁੰਦੇ ਤਾਂ ਸ਼ਾਇਦ ਅਸੀਂ ਇਹਨਾਂ ਦੇ ਚੁੰਗਲ ਵਿੱਚ ਨਾ ਫਸਦੇ, ਜੋ ਕਿ ਸਾਨੂੰ ਸਾਡੇ ਮਕਸਦ ਤੋਂ ਬਹੁਤ ਪਿੱਛੇ ਲੈ ਗਏ ਨੇ। ਸਾਡਾ ਧਰਮ ਦਾ ਵੀ, ਪੰਥ ਦਾ ਅਤੇ ਸਾਡੇ ਪੰਜਾਬ ਦਾ, ਸਾਡੀਆਂ ਹਰ ਇੱਕ ਮੰਗਾਂ ਦਾ, ਹਰ ਵਰਗ ਦਾ ਨੁਕਸਾਨ ਬਹੁਤ ਵੱਡਾ ਇਸੇ ਕਾਰਨ ਹੋਇਆ। ਕਿਤੇ ਨਾ ਕਿਤੇ ਅਸੀਂ ਸਮਝਦੇ ਵੀ ਜ਼ਿੰਮੇਵਾਰ ਅਸੀਂ ਖੁਦ ਵੀ ਹਾਂ। ਅਸੀਂ ਖੁਦ ਹਾਂ ਜ਼ਿੰਮੇਵਾਰ। ਪਰ ਅਗਰ ਕਿਸਾਨ ਜਥੇਬੰਦੀਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਤਕਰੀਬਨ 31 ਜਥੇਬੰਦੀਆਂ ਨੇ, ਜਿਨ੍ਹਾਂ ਵਿੱਚੋਂ ਇੱਕ ਪਹਿਲਾਂ ਟੁੱਟ ਗਈ ਸੀ ਅਤੇ ਹਾਲ ਹੀ 'ਚ ਪਤਾ ਲੱਗਿਆ ਇੱਕ ਹੋਰ ਉਹਨਾਂ ਤੋਂ ਟੁੱਟ ਗਈ, 29 ਰਹਿ ਗਈਆਂ ਨੇ। 7 ਮੈਂਬਰੀ ਕਮੇਟੀ ਜਿਹੜੀ ਦਿੱਲੀ ਗਈ ਸੀ ਕਿ ਸਾਨੂੰ ਸਰਕਾਰ ਨੇ ਸੱਦਾ ਦਿੱਤਾ ਹੈ ਜੀ, ਸੱਦਾ ਪੱਤਰ ਆਇਆ ਹੈ ਅਤੇ ਸਾਡੀ ਗੱਲ ਸੁਣੀ ਜਾਊਗੀ। ਸਰਕਾਰ ਨੇ ਉਹਨਾਂ ਦਾ ਜੋ ਸਲੂਕ ਕੀਤਾ, ਬਰੰਗ ਲਿਫਾਫੇ ਵਾਂਗੂ ਵਾਪਸ ਆਏ ਨੇ ਉਹ ਵੀ ਤੁਸੀਂ ਬਾਖੂਬ ਜਾਣਦੇ ਹੋ। ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਸਾਡੀਆਂ ਜਿਹੜੀਆਂ ਇਹ 31 ਜਥੇਬੰਦੀਆਂ ਨੇ, ਪੰਜਾਬ ਤਾਂ ਇੱਕ ਹੈ, ਪੰਜਾਬੀਅਤ ਤਾਂ ਇੱਕ ਹੈ, ਕਿਸਾਨੀ ਤਾਂ ਇੱਕ ਹੈ, ਮੁੱਦਾ ਤਾਂ ਇੱਕ ਹੈ, ਅਤੇ ਉਹ ਹੁਣ ਤਾਂ ਨਹੀਂ ਹੈ, ਕਈ ਸਾਲਾਂ ਦਾ ਹੈ, ਤਾਂ ਫਿਰ 31 ਜਥੇਬੰਦੀਆਂ ਕਿਉਂ? ਬਿਲਕੁਲ ਜੀ, ਦੇਖੋ ਇਹੀ ਗੱਲ ਕਰਦੇ ਆ, ਭਾਵੇਂ ਉਹ ਧਰਮ ਦੇ ਵਿੱਚ ਹੋਣ ਜਾਂ ਕਿਰਤ ਦੇ ਵਿੱਚ, ਕਿਤੇ ਵੀ ਸਾਡੀ ਜਥੇਬੰਦੀ ਬਣੀ ਹੈ ਉੱਥੇ ਸਵਾਰਥ ਨੇ ਹੀ ਸਾਡੀ ਅੱਜ ਤੱਕ ਖੜੋਤ ਲਾਈ ਰੱਖੀ ਹੈ। ਅਸੀਂ ਇਸ ਵਿੱਚ ਅੱਗੇ ਨਹੀਂ ਜਾ ਸਕੇ। ਪਰ ਹਾਂ, ਇਸ ਸਮੇਂ ਇਹ ਜ਼ਰੂਰ ਹੈ, ਪਹਿਲਾਂ 1 ਜਾਂ 2 ਬੰਦੇ ਜਦੋਂ ਗੱਲਬਾਤ ਲਈ ਜਾਂਦੇ ਸੀ, ਦਿੱਲੀ ਚਲੇ ਗਏ ਤਾਂ ਉਸ ਅੰਦਰ ਕੀ ਗੁੜ ਭੰਨ ਕੇ ਆਏ ਨੇ ਮਹੀਨਾ ਨਹੀਂ ਪਤਾ ਲੱਗਦਾ ਸੀ। ਪਰ ਹੁਣ ਜਦੋਂ ਉਹ ਜਾਂਦੇ ਨੇ ਅਤੇ ਜਾ ਕੇ ਲੈਬ ਉੱਥੋਂ ਗੱਲਬਾਤ ਹੁੰਦੀ ਹੈ। ਹੁਣ ਸੋਸ਼ਲ ਮੀਡੀਆ ਦਾ ਹੋਣ ਕਾਰਨ ਇਹਨਾਂ 'ਤੇ ਬਹੁਤ ਵੱਡੀ ਚੁਣੌਤੀ ਜਿਹੀਆਂ ਸੰਸਥਾਵਾਂ ਲਈ ਵੀ ਖੜੀ ਹੋ ਗਈ ਹੈ ਅਤੇ ਅੱਜ ਇੱਕ ਬਹੁਤ ਵੱਡੀ ਹੋਂਦ ਨੂੰ ਸਾਡਾ ਖਤਰਾ ਹੋਣ ਜਾ ਰਿਹਾ ਹੈ। ਅਤੇ ਅੱਜ ਪ੍ਰੈਕਟੀਕਲੀ ਸਾਡਾ ਇਹ ਪੇਪਰ ਹੋ ਗਿਆ ਹੈ ਇਹਨਾਂ ਜਥੇਬੰਦੀਆਂ ਦਾ ਵੀ ਅਤੇ ਸਾਡਾ ਖੁਦ ਦਾ, ਕਿ ਅਸੀਂ ਕਿੱਥੋਂ ਤੱਕ ਆਪਣੇ ਹੱਕਾਂ ਨੂੰ ਪਹਿਚਾਣ ਕੇ ਖੜਾਂਗੇ। ਅਤੇ ਅੱਗੇ ਇਸ ਦੇ ਵਿੱਚ ਹੁਣ ਸ਼ਾਇਦ ਸਪਸ਼ਟ ਹੋ ਜਾਏਗਾ ਕਿ ਹੁਣ ਤੱਕ ਜੋ ਹੁੰਦਾ ਆਇਆ ਇਹ ਆਖਰੀ ਵੇਲਾ ਹੋਵੇਗਾ। ਇਹ ਆਖਰੀ ਵੇਲਾ ਹੋਵੇਗਾ ਜੋ ਹੁਣ ਤੱਕ ਹੁੰਦਾ ਆਇਆ ਹੈ। ਪਰ ਫਿਰ ਵੀ ਅਸੀਂ ਦੇਖ ਰਹੇ ਹਾਂ ਅੱਜ ਵੀ ਕਿ ਮੋਰਚੇ ਥਾਂ 'ਤੇ ਲੱਗੇ ਹੋਏ ਨੇ। ਤੁਸੀਂ ਵੀ ਕਿਹਾ ਟੋਲ ਪਲਾਜ਼ਾ ਦੇ ਉੱਤੇ, ਇੱਕ ਦੇ ਉੱਤੇ ਤੁਸੀਂ ਵੀ ਧਰਨਾ ਲਾਇਆ ਹੋਇਆ ਹੈ, ਮੋਰਚਾ ਲਾ ਕੇ ਬੈਠੇ ਹੋਏ ਹੋ। ਪੂਰੇ ਪੰਜਾਬ ਦੇ ਵਿੱਚ ਲੱਗੇ ਹੋਏ ਨੇ। ਅਗਰ ਗੱਲ ਕੀਤੀ ਜਾਵੇ ਤਾਂ ਸੁਖ ਜਗਰਾਉਂ ਹੋ ਗਿਆ, ਜਾਂ ਲੱਖਾ ਸਦਾਣਾ ਹੋ ਗਿਆ, ਜਸ ਬਾਜਵਾ ਹੋ ਗਿਆ, ਹੋਰ ਗਾਇਕ ਹੋ ਗਏ। ਪੂਰੇ ਪੰਜਾਬ ਦੇ ਵਿੱਚ ਮਤਲਬ ਨੌਜਵਾਨੀ, ਕਿਸਾਨੀ, ਮਜ਼ਦੂਰ ਯੂਨੀਅਨ ਇੱਕ ਏਕਤਾ ਬਣ ਗਈ ਹੈ। ਨਜ਼ਰ ਆ ਰਹੀ ਹੈ ਸਾਰਿਆਂ ਨੂੰ ਕਿ ਸਾਰਿਆਂ ਦਾ ਟੀਚਾ ਇੱਕ ਹੈ। ਠੀਕ ਹੈ, ਆਪਣੇ ਆਪਣੇ ਤਰੀਕੇ ਹਰ ਕੋਈ ਆਪਣੇ ਸੰਘਰਸ਼ ਨਾਲ ਜੁੜਿਆ ਹੋਇਆ। ਪਰ ਅਗਰ ਗੱਲ ਜਿੱਥੇ ਸ਼ੰਭੂ ਮੋਰਚੇ ਦੀ ਕਰ ਲਈਏ, ਉੱਥੇ ਜਾ ਕੇ ਫਿਰ ਤੋਂ ਵਿਖਰੇਵੇਂ ਪੈਣੇ ਸ਼ੁਰੂ ਹੋ ਜਾਂਦੇ ਨੇ ਕਿ ਇਹ ਅੱਜ ਕੱਲ੍ਹ ਦਾ ਜਵਾਕ ਆਇਆ ਸਾਨੂੰ ਸਮਝਾਊਗਾ। ਸਾਡੇ ਦਾੜੇ ਚਿੱਟੇ ਹੋ ਗਏ, ਅਸੀਂ ਗੋਲੀਆਂ ਖਾਧੀਆਂ, ਅਸੀਂ ਡਾਂਗਾਂ ਖਾਧੀਆਂ, ਅਸੀਂ ਕਿਸਾਨਾਂ ਦੇ ਇੰਨੇ ਸੰਘਰਸ਼ ਲੜੇ ਅਤੇ ਹੁਣ ਅਸੀਂ ਇਸ ਦੇ ਹਿਸਾਬ ਦੇ ਨਾਲ ਚੱਲਾਂਗੇ। ਬਿਲਕੁਲ ਜੀ, ਮੈਂ ਸੋਚਦਾ ਕਿ ਆਪੋ ਆਪਣੇ ਥਾਂ 'ਤੇ ਭਾਵੇਂ ਸੰਘਰਸ਼ ਹੁਣ ਮੋਰਚੇ ਲਾਉਣੇ ਜਾਇਜ਼ ਸੀ। ਕਿਉਂ?
ਕਿਉਂਕਿ ਪੈਟਰੋਲ ਪੰਪ ਰੋਕੇ ਗਏ ਨੇ, ਟੋਲ ਪਲਾਜ਼ੇ ਰੋਕੇ ਗਏ ਨੇ, ਮਾਲ ਰੋਕੇ ਗਏ ਨੇ, ਆਪੋ ਆਪਣੀ ਥਾਂ ਤੇ ਸਾਰਿਆਂ ਨੇ ਮੋਰਚੇ ਲਾ ਕੇ ਇਕੱਤਰ ਹੋਏ ਨੇ। ਪਰ ਜਿਵੇਂ ਤੁਸੀਂ ਦੱਸ ਰਹੇ ਹੋ, ਕੋਈ ਬਖਰੇਵੇਂ ਕਿਤੇ ਨਾ ਕਿਤੇ ਨਜ਼ਰ ਆ ਰਹੇ ਨੇ। ਸ਼ਾਇਦ ਇਹੀ ਨੁਕਸਾਨ ਸਾਡਾ ਹੈਗਾ ਕਿ ਉੱਪਰੋਂ ਇੱਕ ਤਾਲਮੇਲ ਕਮੇਟੀ ਸਾਂਝੀ ਹੋਣੀ ਚਾਹੀਦੀ ਹੈ, ਇੱਕ ਆਦੇਸ਼ ਹੋਣਾ ਚਾਹੀਦਾ ਹੈ, ਉਸ ਦੇ ਤਹਿਤ ਅਸੀਂ ਚੱਲੀਏ। ਇਸ ਦੇ ਵਿੱਚੋਂ ਹੁਣ ਅਸੀਂ ਆਪਣੀ ਹੋਂਦ ਲੱਭਣ ਦੀ ਬਜਾਏ ਖੁਦ ਜੋ ਸਾਡੀ ਹੋਂਦ ਨੂੰ ਖਤਰਾ ਹੈ ਉਸ ਨੂੰ ਬਚਾਉਣ ਦੇ ਲਈ ਸੋਚੀਏ, ਤਾਂ ਹੀ ਕੁਝ ਹੋ ਸਕਦਾ ਜੀ। ਨਹੀਂ, ਤੁਹਾਨੂੰ ਕੀ ਲੱਗਦਾ ਕਿ ਜੋ ਦੀਪ ਸਿੱਧੂ ਦੀ ਸੋਚ ਹੈ, ਕਿਉਂਕਿ ਉਸਨੇ ਸਪਸ਼ਟ ਬੜੇ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਮੈਂ ਬਾਬੇ ਨਾਨਕ ਦੇ ਸਿਧਾਂਤ ਤੇ ਚੱਲ ਰਿਹਾ ਹਾਂ, ਸਾਡੀਆਂ ਜੋ ਮੰਗਾਂ ਹੈ ਨੇ ਅਗਰ ਇਹ ਮੰਨਦੇ ਵੀ ਨੇ ਤਾਂ ਜੋ ਗੱਲਬਾਤ ਕਰਨੀ ਹੈ ਖੁੱਲ੍ਹੇ ਮੰਚ ਦੇ ਉੱਤੇ ਸਭ ਦੇ ਸਾਹਮਣੇ ਹੋਵੇ, ਬੰਦ ਕਮਰੇ 'ਚ ਮੀਟਿੰਗ ਕਰਨ ਨੂੰ ਮੈਂ ਤਿਆਰ ਨਹੀਂ। ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਮੀਟਿੰਗ ਤਾਂ ਅਸੀਂ ਪਹਿਲਾਂ ਵੀ ਕਰਦੇ ਆਏ ਹਾਂ, ਬੰਦ ਕਮਰਿਆਂ ਦੇ ਵਿੱਚ ਹੋਈਆਂ ਨੇ, ਖੁੱਲ੍ਹੇ ਦੇ ਵਿੱਚ ਕਿੰਨੀਆਂ ਕੀ ਹੁੰਦੀਆਂ ਰਹਿਣਗੀਆਂ। ਕੀ ਇਹ ਨਾਮੁਮਕਿਨ ਲੱਗਦਾ ਹੈ ਤੁਹਾਨੂੰ? ਬਿਲਕੁਲ ਜੀ, ਚੰਗਾ ਹੋਵੇ। ਜਦੋਂ ਇਹ ਐਡਾ ਵੱਡਾ ਸੰਘਰਸ਼ ਹੈ ਖੁਦ ਸਾਡੇ ਦੇ ਉੱਤੇ ਕੀਤਾ ਜਾ ਰਿਹਾ ਹੈ, ਅਸੀਂ ਖੁਦ ਆਪਣੇ ਹੱਕ ਦੀਆਂ ਮੰਗਾਂ ਕਰ ਰਹੇ ਹਾਂ। ਕਿਉਂ ਨਾ ਜਦੋਂ ਉਹ ਚੋਣਾਂ ਦੇ ਲਈ, ਵੋਟਾਂ ਦੇ ਲਈ ਸਾਡੇ ਕੋਲ ਆਉਂਦੇ ਨੇ, ਹੁਣ ਚੱਲ ਕੇ ਆ ਕੇ ਇੱਥੇ ਬੈਠ ਦੀਪ ਸਿੱਧੂ ਦੇ ਜੋ ਮੰਗਾਂ ਰੱਖੀਆਂ ਨੇ, ਜਿਸ ਤਰੀਕੇ ਨਾਲ ਉਹ ਨੌਜਵਾਨ ਚੱਲ ਰਿਹਾ, ਤੁਹਾਨੂੰ ਕੀ ਲੱਗਦਾ ਉਹ ਸਹੀ ਚੱਲ ਰਿਹਾ ਆਪਣੇ ਰਾਹ ਦੇ ਉੱਤੇ? ਕੌਣ ਗਲਤ ਹੈ? ਕਿਸਾਨ ਜਥੇਬੰਦੀਆਂ ਤੁਹਾਨੂੰ ਗਲਤ ਲੱਗ ਰਹੀਆਂ, ਉਹ ਨੌਜਵਾਨ ਗਲਤ ਲੱਗ ਰਹੇ? ਨਹੀਂ, ਕਿਤੇ ਨਾ ਕਿਤੇ ਜੇਕਰ ਜ਼ਿਆਦਾ ਦੇਖਿਆ ਜਾਵੇ, ਭਾਵੇਂ ਕਿਸਾਨ ਜਥੇਬੰਦੀਆਂ ਆਪਣੇ ਥਾਂ ਤੇ ਕੰਮ ਕਰ ਰਹੀਆਂ ਨੇ, ਪਰ ਜੋ ਪਹਿਲਾਂ ਹਾਲਾਤ ਹੋਏ ਨੇ ਉਹਨਾਂ ਨੂੰ ਦੇਖ ਕੇ ਜਿੱਥੇ ਦੀਪ ਸਿੱਧੂ ਸਵਾਲ ਖੜੇ ਕਰ ਰਿਹਾ, ਕਿਤੇ ਨਾ ਕਿਤੇ ਉਹ ਸੋਚਣ ਲਈ ਮਜਬੂਰ ਜ਼ਰੂਰ ਕਰਦੇ ਨੇ ਕਿ ਜ਼ਰੂਰ ਅਸਲੀਅਤ ਦੇ ਵਿੱਚ ਸਾਨੂੰ ਪੂਰੀ ਆਲਾ ਦੁਆਲਾ ਦੇਖ ਕੇ ਇੱਕ ਆਦੇਸ਼ ਬਣਾ ਕੇ ਚੱਲਣਾ ਪਵੇਗਾ। ਗੱਲ ਹੱਲੇ ਵੀ ਸੰਗਤ ਨੂੰ ਸਮਝ ਨਹੀਂ ਆਈ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿ ਦੀਪ ਸਿੱਧੂ ਆਪਣੀ ਥਾਂ ਦੇ ਉੱਤੇ ਸਹੀ ਤੁਹਾਨੂੰ ਲੱਗਦਾ ਹੈ ਜਾਂ ਕਿਸਾਨ ਜਥੇਬੰਦੀਆਂ ਤੁਹਾਨੂੰ ਆਪਣੀ ਥਾਂ ਦੇ ਉੱਤੇ ਸਹੀ ਲੱਗਦੀਆਂ ਨੇ? ਕਿਉਂਕਿ ਦੀਪ ਸਿੱਧੂ ਫਿਕਸਡ ਹੈ, ਉਹਨੂੰ ਪਤਾ ਉਹਦਾ ਟਾਰਗੇਟ ਕੀ ਹੈ, ਉਸ ਦੀ ਸਪਸ਼ਟੀਕਰਨ ਤੁਸੀਂ ਵੀ ਸੁਣੇ ਹੋਣਗੇ, ਦੇਖੇ ਹੋਣਗੇ, ਕਿਸਾਨ ਜਥੇਬੰਦੀਆਂ ਦੇ ਵੀ ਸੁਣੇ ਹੋਣਗੇ। ਤੇ ਮੈਂ ਸਿਰਫ ਇਹੀ ਪੁੱਛ ਰਿਹਾ ਕਿ ਇਹ ਜਿਹੜੇ ਵਿਖਰੇਵੇਂ ਨੇ ਕਿਸਾਨ ਜਥੇਬੰਦੀਆਂ ਤੇ ਦੀਪ ਸਿੱਧੂ ਦੇ ਵਿੱਚ ਦਾ ਜਿਹੜਾ ਫਰਕ ਹੈ, ਕਿਉਂਕਿ ਜਦੋਂ ਤੱਕ ਅਸੀਂ ਸਿਰ ਨਹੀਂ ਜੋੜਾਂਗੇ ਇਹ ਜੰਗ ਅਸੀਂ ਨਹੀਂ ਜਿੱਤ ਸਕਦੇ। ਤੇ ਤੁਹਾਨੂੰ ਕੀ ਲੱਗਦਾ ਕਿ ਕੌਣ ਸਹੀ ਹੈ ਤੇ ਕਿਸ ਨੂੰ ਕਿਸ ਦੇ ਨਾਲ ਆ ਕੇ ਮਿਲਣਾ ਚਾਹੀਦਾ? ਮਿਲਣਾ ਇਕੱਠੇ ਤਾਂ ਸਾਰੇ ਨਹੀਂ ਹੋਣਾ ਆ, ਪਰ ਪਹਿਲ ਕਿਹਨੂੰ ਕਰਨੀ ਚਾਹੀਦੀ ਹੈ? ਕਿਉਂਕਿ ਦੀਪ ਸਿੱਧੂ ਨੇ ਕਲੀਅਰ ਕਰਤਾ ਕਿ ਮੈਂ ਜਿੱਥੇ ਗਲਤ ਹਾਂ ਦੱਸ ਦਿਓ, ਮੈਂ ਬਾਬੇ ਨਾਨਕ ਦਾ ਸਿਧਾਂਤ ਨਹੀਂ ਛੱਡਣਾ। ਬਿਲਕੁਲ ਜੀ, ਦੇਖੋ ਜੇ ਸੰਸਥਾਵਾਂ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਉਹ ਯਤਨ ਕਰ ਰਹੀਆਂ ਨੇ, ਠੀਕ ਹੈ, ਉਹ ਅੱਗੇ ਲੱਗਣ ਚੱਲਣ, ਪਰ ਜਿਵੇਂ ਦੀਪ ਸਿੱਧੂ ਨੇ ਕਿਹਾ, ਮੈਂ ਇੱਕ ਗੱਲ ਜ਼ਰੂਰ ਸਮਝਦਾ ਕਿ ਉਹ ਆਦੇਸ਼ਾਂ ਦੀ ਪਾਲਣਾ ਜ਼ਰੂਰ ਹੋਣੀ ਚਾਹੀਦੀ ਹੈ। ਨਹੀਂ ਤਾਂ ਕਿਤੇ ਨਾ ਕਿਤੇ ਜਦੋਂ ਅਸੀਂ ਸਿਧਾਂਤ ਤੇ ਟੁੱਟੇ ਹਾਂ ਤਾਂ ਇਹ ਕੁਝ ਨੁਕਸਾਨ ਸਾਨੂੰ ਝੱਲਣਾ ਪਿਆ। ਅਗਰ ਸਿਧਾਂਤ ਤੋਂ ਬਿਨਾਂ ਇਹ ਗੱਲਬਾਤ ਸਿਰੇ ਨਹੀਂ ਹੋ ਸਕਦੀ, ਉਹਦੀ ਪਾਲਣਾ ਜ਼ਰੂਰੀ ਕਰਨੀ ਪਵੇਗੀ। ਇਹ ਗੱਲ ਵਿੱਚ ਉਸ ਦੀ ਵਿੱਚ ਦਮ ਹੈ। ਬਿਲਕੁਲ, ਕਿਉਂਕਿ ਅਗਰ ਅਸੀਂ ਆਪਣੇ ਸਿਧਾਂਤ ਤੋਂ ਹੀ ਟੁੱਟ ਜਾਂਗੇ, ਅਸੀਂ ਆਪਣੇ ਮੂਲ ਤੋਂ ਹੀ ਟੁੱਟ ਜਾਂਗੇ, ਜੋ ਕਿ ਸਾਨੂੰ ਅੱਜ ਤੱਕ ਤੋੜਿਆ ਗਿਆ ਹੈ। ਸਰਕਾਰਾਂ ਕੁਝੀਆਂ ਚਾਲਾਂ ਚੱਲ ਕੇ ਕਿਸੇ ਨਾ ਕਿਸੇ ਤਰੀਕੇ ਸਾਨੂੰ ਆਪਣੇ ਆਪ ਤੋਂ ਅਲੱਗ ਕਰਦੀਆਂ ਆਈਆਂ ਨੇ। ਛੋਟੀ ਜਿਹੀ ਬੱਚੀ ਨੂੰ ਤੁਸੀਂ ਕੁਝ ਦਿਨ ਪਹਿਲਾਂ ਅਸੀਂ ਹੀ ਵੀਡੀਓ ਸ਼ੇਅਰ ਕੀਤੀ ਸੀ, ਸੁਣਿਆ ਹੋਏਗਾ ਕਿ ਸਾਨੂੰ ਅਕਸਰ ਕਹਿ ਦਿੱਤਾ ਜਾਂਦਾ ਹੈ ਕਿ ਰਣਜੀਤ ਬਾਵਾ ਦਾ ਹੁਣ ਗਾਣਾ ਵੀ ਆਇਆ ਸੀਗਾ ਕਿ ਅੱਜ ਕੱਲ੍ਹ ਦੀ ਬੱਚਿਆਂ ਨੂੰ ਤਾਂ ਨਲੂਏ ਬਾਰੇ ਨਹੀਂ ਪਤਾ, ਸਾਨੂੰ ਦੱਸੇਗਾ ਸਹੀ ਇਤਿਹਾਸ, ਸਾਨੂੰ ਦੱਸੇਗਾ ਕੋਈ ਤਾਂ ਹੀ ਸਾਨੂੰ ਪਤਾ ਲੱਗੇਗਾ। ਮਾਈ ਭਾਗੋ ਬਾਰੇ ਨਹੀਂ ਪਤਾ ਸਾਨੂੰ, ਮਾਤਾ ਲక్ష్ਮੀ ਬਾਈ ਬਾਰੇ ਤਾਂ ਸਾਰਾ ਕੁਝ ਦੱਸਤਾ, ਮਹਾਰਾਣੀ ਲక్ష్ਮੀ ਬਾਈ ਬਾਰੇ, ਮਾਈ ਭਾਗੋ ਬਾਰੇ ਕੋਈ ਦੱਸੂਗਾ ਤਾਂ ਸਾਨੂੰ ਪਤਾ ਲੱਗੂਗਾ ਨਾ। ਤੇ ਇਹ ਐਵੇਂ ਨਹੀਂ ਹੋਇਆ, ਬਹੁਤ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਦੇ ਤਹਿਤ ਸਾਡੇ ਇਤਿਹਾਸ ਦੇ ਵਿੱਚੋਂ ਮਿਥਿਹਾਸ ਬਣਾ ਦਿੱਤਾ। ਇਤਿਹਾਸ 'ਚ ਮਿਲਾਵਟ ਕਰਕੇ ਅਜਿਹੀਆਂ ਚੀਜ਼ਾਂ ਸਾਡੇ ਬੱਚਿਆਂ ਨੂੰ ਪਰੋਸ ਦਿੱਤੀਆਂ ਗਈਆਂ ਕਿਤਾਬਾਂ ਦੇ ਵਿੱਚ ਕਿ ਉਸ ਨੂੰ ਤੁਸੀਂ ਪੜ੍ਹ ਵੀ ਨਹੀਂ ਸਕਦੇ। ਗੁਰੂਆਂ ਬਾਰੇ ਅਜਿਹੀ ਸ਼ਬਦਾਵਲੀ ਲਿਖੀ ਗਈ ਕਿ ਪੜ੍ਹ ਕੇ ਤੁਹਾਡਾ ਖੂਨ ਖੌਲ ਉੱਠੇ। ਇਸ ਲਈ ਅੱਜ ਸਾਨੂੰ ਆਪ ਸੁਚੇਤ ਹੋਣ ਦੀ ਲੋੜ ਹੈ ਤੇ ਸਹੀ ਤੇ ਗਲਤ ਦੇ ਵਿੱਚ ਦਾ ਅੰਤਰ ਸਾਨੂੰ ਸਮਝਣ ਦੀ ਲੋੜ ਹੈ, ਉਸ ਫਰਕ ਨੂੰ ਦੇਖਣ ਦੀ ਲੋੜ ਹੈ। ਹੁਣ ਇੱਕ ਹੋਰ ਸ਼ਖਸੀਅਤ ਸਾਡੇ ਨਾਲ ਬੈਠੇ ਹੋਏ ਨੇ, ਉਹਨਾਂ ਨੇ 84 ਦਾ ਉਹ ਵੇਲਾ ਵੇਖਿਆ ਹੋਇਆ ਹੈ ਜਦੋਂ ਬਾਦਲ ਸਾਹਿਬ ਮਾਫੀ ਮੰਗਣ ਵਾਸਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਸਟੇਜ ਤੇ ਗਏ ਸਨ ਤੇ ਇਹਨਾਂ ਨੇ ਉਹਨਾਂ ਨੂੰ ਰੋਕ ਲਿਆ ਸੀ ਕਿਉਂਕਿ ਇਹ ਪਛਾਣਦੇ ਨਹੀਂ ਸੀ ਕਿ ਕਿਹੜਾ ਬਾਦਲ ਹੈ ਤੇ ਕੌਣ ਹੈ। ਤੇ ਉਸ ਤੋਂ ਬਾਅਦ ਮੰਚ ਤੇ ਬੁਲਾਇਆ ਗਿਆ ਸੀ ਤੇ ਬਾਦਲ ਸਾਹਿਬ ਨੇ ਆਪਣੀਆਂ ਸਾਰੀਆਂ ਕੀਤੀਆਂ ਬੇਵਕੂਫੀਆਂ ਮੰਨੀਆਂ ਸੀ। ਮੇਰੇ ਤੋਂ ਆਹ ਗਲਤੀ ਹੋਈ, ਆਹ ਗਲਤੀ, ਮਤਲਬ ਮਗਰਮੱਛ ਦੇ ਰੱਜ ਕੇ ਜਿਹੜੇ ਹੰਝੂ ਰੋਣੇ ਸੀ ਉਸ ਮੰਚ ਤੇ ਉਹ ਰੋਏ। ਮੁੜ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਤੁਰਨਾ ਸ਼ੁਰੂ ਹੋਏ। ਠੀਕ ਹੈ, ਭੋਗਾਂ ਦੇ ਉੱਤੇ ਜਾਣਾ ਆਉਣਾ, ਕਿਤੇ ਵੀ ਸਮਾਗਮਾਂ 'ਤੇ ਜਾਣਾ, ਅਤੇ ਫਿਰ ਤੋਂ ਉਹਨਾਂ ਨੇ ਆਪਣੀ ਇੱਕ ਸਿਆਸੀ ਜ਼ਮੀਨ ਤਿਆਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨੇ ਕਹਿ ਸਕਦੇ ਹਾਂ ਕਿ ਫੈਡਰੇਸ਼ਨ ਸ਼ਾਇਦ ਨੇ ਇਸ ਤੋਂ ਨਾਬੂਦ ਉਸ ਵੇਲੇ ਕਰ ਦਿੱਤੀ ਸੀ। ਤੁਸੀਂ ਜੋ ਕੁਝ ਵੇਖਿਆ ਉਸ ਵੇਲੇ ਦਾ, ਤੁਸੀਂ ਸਾਰਾ ਬਿਆਨ ਕੀਤਾ, ਉਦੋਂ ਦਾ ਮਾਹੌਲ ਕੀ ਸੀ? ਜੋ ਚੀਜ਼ ਮੈਂ ਚਾਹਾਂਗਾ ਕਿ ਸੰਖੇਪ ਨਾਲ ਦੱਸੋ ਕਿ ਜਦੋਂ ਆਲ ਇੰਡੀਆ ਸਿੱਖ ਸਟੂਡੈਂਟ ਦੀ ਫੈਡਰੇਸ਼ਨ ਦੀ ਸਟੇਜ ਲੱਗੀ ਹੋਈ ਸੀ ਤੇ ਉਸ ਵੇਲੇ ਕੀ ਵਾਪਰ ਰਿਹਾ ਸੀ ਜਦੋਂ ਬਾਦਲ ਸਾਹਿਬ ਦਮਦਮਾ ਸਾਹਿਬ ਦੀ ਧਰਤੀ 'ਤੇ ਸਭ ਤੋਂ ਵੱਡਾ ਇਕੱਠ
ਸਿੱਖ ਸਟੂਡੈਂਟ ਫੈਡਰੇਸ਼ਨ ਨੇ ਕੀਤਾ ਸੀ। ਉਸ ਟਾਈਮ ਪ੍ਰੈਜ਼ੀਡੀਅਮ 5 ਮੈਂਬਰੀ ਕਮੇਟੀ ਬਣਾਈ ਗਈ ਸੀ। ਉਸ 'ਤੇ ਤਕਰੀਬਨ ਲੱਖਾਂ ਦਾ ਇਕੱਠ ਸੀ। ਉਸ ਸਮੇਂ ਬਾਦਲ ਸਾਹਿਬ ਸਟੇਜ 'ਤੇ ਚੜ੍ਹਨ ਲਈ ਆਏ, ਸਟੇਜ 'ਤੇ ਬੈਠਣ ਲਈ ਆਏ। ਸੋ ਅਸੀਂ ਉਸ ਨੂੰ ਰੋਕਿਆ, ਸਾਨੂੰ ਨਹੀਂ ਸੀ ਪਤਾ। ਅਤੇ ਬਾਕੀ ਫੈਡਰੇਸ਼ਨ ਵਾਲਿਆਂ ਨੇ ਦੇਖ ਕੇ ਉਹਨੂੰ ਕਿਹਾ ਇਹਨੂੰ ਉੱਪਰ ਲਿਆਓ ਸਟੇਜ 'ਤੇ ਬੁਲਾ ਕੇ। ਉਹਦੇ ਜੋ ਉਹਨਾਂ ਨੇ ਕਾਰਨਾਮੇ ਕੀਤੇ ਬਾਦਲ ਸਾਹਿਬ ਨੇ, ਉਹ ਸਾਰੇ ਉਹਨਾਂ ਨੇ ਉੱਥੇ ਸੰਗਤਾਂ ਅੱਗੇ ਦੱਸੇ, ਬਿਆਨ ਕੀਤੇ। ਅਤੇ ਬਾਦਲ ਸਾਹਿਬ ਨੂੰ ਉਹ ਪਹਿਲਾਂ ਸੋਚਦੇ ਸੀ ਟਾਈਮ ਨਹੀਂ ਦੇਣਾ, ਲੇਕਿਨ ਉਹਨੇ 1 ਮਿੰਟ ਲਈ ਟਾਈਮ ਮੰਗਿਆ ਸਮਾਪਤੀ ਦੇ ਸਮੇਂ 'ਤੇ। ਉਹਨੇ ਆਪਣੀਆਂ ਜਿੰਨੀਆਂ ਵੀ ਕੀਤੀਆਂ ਗਲਤੀਆਂ, ਜੋ ਵੀ ਉਹਨੇ ਆਪਣੇ ਰਾਜ ਦੇ ਵਿੱਚ ਜੋ ਵੀ ਉੱਥੇ ਹੋਇਆ, ਉਹਨੇ ਮਾਫੀ ਮੰਗੀ ਅਤੇ ਪੰਥ ਨੂੰ ਕਿਹਾ ਵੀ ਜੋ ਵੀ ਤੁਸੀਂ ਸਜ਼ਾ ਮੈਨੂੰ ਲਾਓਗੇ ਮੈਂ ਭੁਗਤਣ ਲਈ ਤਿਆਰ ਹਾਂ। ਸੋ ਇੱਦਾਂ ਹੀ ਉਹ ਘਸਪੈਠ ਕਰਕੇ ਵਿੱਚ ਵੜ ਗਿਆ। ਵਿੱਚ ਵੜ ਕੇ ਉਹਨੇ ਹੌਲੀ ਹੌਲੀ ਫੈਡਰੇਸ਼ਨ ਦਾ ਜਿਹੜਾ ਨਾਮੋ ਨਿਸ਼ਾਨ ਮਿਟਾ ਦਿੱਤਾ। ਅਤੇ ਅੱਜ ਕੱਲ੍ਹ ਜੋ ਫੈਡਰੇਸ਼ਨ ਦੀ ਜੋ ਸ਼ਕਤੀ ਜਿਹੜੀ ਉਸ ਟਾਈਮ ਬਹੁਤ ਵੱਡੀ ਸੀ, ਜੋ ਕਿ ਟਿਕਟਾਂ ਵੀ ਵੰਡਦੀ ਸੀ ਅਤੇ ਰਾਜ ਕਰਨ ਦੇ ਲਈ ਤਕਰੀਬਨ ਚੰਗੇ ਜਿਹੜੇ ਫੈਡਰੇਸ਼ਨ ਦੇ ਵਰਕਰ ਸਨ, ਪੜ੍ਹੇ ਲਿਖੇ ਸਨ, ਉਹ ਸਾਰੇ ਇਹਦੀ ਭੇਟ ਚੜ੍ਹ ਗਏ ਅਤੇ ਉਹ ਹੁਣ ਇਸ ਟਾਈਮ ਜਿਹੜੀ ਇਹ ਸ਼ਕਤੀ ਉਹ ਖੇਰੂ ਖਰੂ ਹੋ ਗਈ। ਜੀ, ਅਤੇ ਅਸੀਂ ਬਾਦਲਾਂ ਦੀ ਜਦੋਂ ਗੱਲ ਕਰਦੇ ਹਾਂ ਤਾਂ ਸਾਡੇ ਜ਼ਿਹਨ ਦੇ ਵਿੱਚ ਸਭ ਤੋਂ ਪਹਿਲਾਂ ਧੋਖਾ ਆਉਂਦਾ ਹੈ। ਇੱਕ ਵਾਰ ਨਹੀਂ, ਬਹੁਤ ਵਾਰ। 84 ਦੇ ਵਿੱਚ ਵੀ ਅਗਰ ਅਸੀਂ ਦੇਖਦੇ ਹਾਂ ਤਾਂ ਬਾਹਾਂ ਖੜੀਆਂ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆਉਣ ਵਾਲਿਆਂ ਦੇ ਵਿੱਚ ਬਾਦਲ ਸ਼ੁਮਾਰ ਸੀ। ਫਿਰ ਵੀ ਅਸੀਂ ਅੱਜ ਤੱਕ ਕਿਉਂ ਦਿਲ ਖੋਲ੍ਹ ਕੇ ਆਪਣੀ ਨੌਜਵਾਨੀ ਨੂੰ, ਆਪਣੇ ਬੱਚਿਆਂ ਨੂੰ ਇਹ ਕਿਉਂ ਨਹੀਂ ਸਮਝਾ ਸਕੇ ਕਿ ਕੌਮ ਦਾ ਉਹ ਗੱਦਾਰ ਕੌਣ ਹੈ, ਕੌਮ ਦਾ ਦਰਦ ਰੱਖਣ ਵਾਲਾ ਕੌਣ ਹੈ? ਜਿਹੜੇ ਬਾਦਲ ਸਾਹਿਬ 'ਚ ਇੱਕ ਗੁਣ ਸੀ ਵੀ ਉਹ ਬਹੁਤ ਜਾਣੀ ਕਿ ਬਹੁਤ ਵੱਡੀਆਂ ਵੱਡੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਆਪਣੇ ਉਹਦੇ 'ਤੇ ਕਰ ਲੈਂਦਾ ਸੀ ਅਤੇ ਜੋਸ਼ ਵਿੱਚ ਨਹੀਂ ਸੀ ਆਉਂਦਾ। ਇਸ ਕਰਕੇ ਉਹਨੇ ਸਾਡੀਆਂ ਕਮੀਆਂ ਕੀ ਰਹੀਆਂ? ਆਪਾਂ ਇੱਕ ਜੋਸ਼ ਵਿੱਚ ਹੀ ਰਹੇ, ਆਪਾਂ ਨੂੰ ਹੋਸ਼ ਦੀ ਕੁਛ ਕਮੀ ਰਹੀ ਹੈ। ਮੈਨੂੰ ਲੱਗਦਾ ਹੈ ਕਿ ਸਾਡੀਆਂ ਸਭ ਤੋਂ ਵੱਡੀਆਂ ਕਮੀਆਂ ਇਹੀ ਰਹੀਆਂ ਕਿ ਅਸੀਂ ਕੋਈ ਚੋਰ ਉਚੱਕਾ ਹੁੰਦਾ ਹੈ ਜਾਂ ਕੋਈ ਧੋਖੇਬਾਜ਼ ਹੁੰਦਾ ਹੈ ਜਾਂ ਕੋਈ ਸਾਡੇ ਟੱਬਰ ਦੇ ਉੱਤੇ ਹਮਲਾ ਕਰਦਾ ਹੈ, ਸਾਡੇ ਘਰ 'ਤੇ ਆ ਕੇ ਹਮਲਾ ਕਰਦਾ ਹੈ, ਤਾਂ ਅਸੀਂ ਉਸ ਨੂੰ ਗਾਲਾਂ ਵੀ ਕੱਢਦੇ ਹਾਂ, ਮਾਰਦੇ ਵੀ ਹਾਂ, ਕੁੱਟਦੇ ਵੀ ਹਾਂ ਅਤੇ ਕਹਿੰਦੇ ਹਾਂ ਕਿ ਇਹ ਇਨਸਾਨ ਕ੍ਰਿਮੀਨਲ ਹੈ, ਇਹ ਗੁਨਹਗਾਰ ਹੈ, ਇਸ ਨੇ ਇਹ ਗੁਨਾਹ ਕੀਤਾ ਹੈ, ਅਤੇ ਅਸੀਂ ਕਦੀ ਉਸ ਨੂੰ ਸਾਹਬ ਨਹੀਂ ਕਹਿੰਦੇ। ਪਰ ਅੱਜ ਵੀ ਜਦੋਂ ਅਸੀਂ ਬਾਦਲ ਦਾ ਨਾਮ ਲੈਂਦੇ ਹਾਂ ਤਾਂ ਸਾਹਬ ਆਪ ਮੁਹਾਰੇ ਨਿਕਲ ਆਉਂਦਾ ਹੈ। ਇਹ ਕਿਸੇ ਇੱਕ ਦੀ ਗੱਲ ਨਹੀਂ ਹੈ। ਮੈਨੂੰ ਇਹ ਦੱਸ ਦੇਣਾ ਕਿ ਕਿਹੜੇ ਅਜਿਹੇ ਮੁਲਜ਼ਮ ਤੁਸੀਂ ਦੇਖੇ ਨੇ ਜਿਹਨਾਂ ਦੇ ਨਾਲ ਤੁਸੀਂ ਸਾਹਬ ਲਾ ਕੇ ਗੱਲ ਕਰਦੇ ਹੋ। 5 ਵਾਰ CM ਬਣਾ ਦਿੱਤਾ, ਪੰਜਾਬ ਦੀ ਆਵਾਮ ਨੇ ਭੋਲੇਪਨ ਦੇ ਵਿੱਚ ਬਣਾਇਆ, ਕਿਉਂਕਿ ਹਰ ਵਾਰ ਧੋਖਾ ਖਾਧਾ ਉਹਨਾਂ ਨੇ, ਹਰ ਵਾਰ ਠੱਗੀ ਗਈ ਹੈ ਆਵਾਮ। ਕੈਪਟਨ ਸਾਹਿਬ ਉਹ ਨੇ ਜਿਹਨਾਂ ਨੇ ਬਾਣੀ ਹੱਥ 'ਚ ਫੜ ਕੇ ਝੂਠੀ ਸਹੁੰ ਖਾਧੀ। ਬਾਦਲ ਸਾਹਿਬ ਉਹ ਸਾਹਿਬ ਨੇ ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ, ਅੰਗ ਗਲੀਆਂ 'ਚ ਰੁਲਵਾਏ, ਸਿਰਫ ਵੋਟਾਂ ਬਟੋਰਨ ਖਾਤਰ। ਜੋ ਮੇਰੇ ਕਲਗੀਧਰ ਨੇ ਕਦੀ ਨਹੀਂ ਸੀ ਕੀਤਾ, ਇਹ ਟੱਬਰ ਉਹ ਗੁਨਾਹ ਕਰ ਚੁੱਕਿਆ। ਕਲਗੀਧਰ ਨੇ ਕਦੀ 5 ਪਿਆਰਿਆਂ ਦਾ ਕਿਹਾ ਨਹੀਂ ਸੀ ਮੋੜਿਆ। ਇਹਨਾਂ ਨੇ ਉਹਨਾਂ ਨੂੰ ਵੀ ਤਲਬ ਕੀਤਾ, ਬਰਖਾਸਤ ਕੀਤਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹਨਾਂ ਨੇ ਜਿਸ ਤਰੀਕੇ ਬੁਲਾਇਆ, ਜਿਸ ਤਰੀਕੇ ਤਲਬ ਕੀਤਾ, ਜਿਸ ਤਰੀਕੇ ਹਟਾਇਆ, ਰਾਤੋਂ ਰਾਤ ਲਿਫਾਫਿਆਂ 'ਚੋਂ ਕੱਢ ਕੇ ਨਵੇਂ ਪ੍ਰੋਜੈਕਟ ਕੀਤੇ, ਦੁਨੀਆ ਦੇ ਸਾਹਮਣੇ ਨੇ। ਹੁਣ ਅਗਰ ਅਸੀਂ ਅੱਜ ਵੀ ਸਭ ਕੁਝ ਸਮਝ ਕੇ, ਦੇਖ ਕੇ ਉਹਨਾਂ ਨੂੰ ਸਾਹਿਬ ਕਹਿ ਕੇ ਸੰਬੋਧਿਤ ਕਰਾਂਗੇ ਤਾਂ ਕਿਤੇ ਨਾ ਕਿਤੇ ਸਾਡੀ ਆਪਣੀ ਬੇਵਕੂਫੀ ਹੈ ਨਾ, ਤਾਂ ਸਾਡੇ ਬੱਚੇ ਸਾਨੂੰ ਕੀ ਦੇਖਣਗੇ? ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਕਿਸੇ ਦੀ ਡਿਸਰਿਸਪੈਕਟ ਕਰੋ, ਉਮਰ 'ਚ ਵੱਡੇ ਨੇ, ਸਤਿਕਾਰਯੋਗ ਹੈ ਨੇ ਉਮਰ ਦੇ ਹਿਸਾਬ ਨਾਲ ਸਿਰਫ, ਪਰ ਜੇ ਗੁਨਹਗਾਰ ਹੈ ਨੇ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਕਹੀਏ ਕਿ ਹਾਂ ਇਹ ਪ੍ਰਕਾਸ਼ ਸਿੰਘ ਬਾਦਲ ਹੈ ਜਿਹੜਾ 1984 ਵੇਲੇ ਹੱਥ ਖੜੇ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆਇਆ ਸੀ। ਇਹ ਉਹ ਸਾਡੀ ਬੁੱਢੜੀ ਸਿਆਸਤ ਹੈ ਜਿਸ ਨੇ ਪੰਜਾਬ ਦੀ ਸਿਆਸਤ ਦੀਆਂ ਬੇੜੀਆਂ 'ਚ ਬੱਟੇ ਪਾਏ, ਜਿਸ ਨੇ ਪੰਜਾਬ ਦੀ ਕਿਸਾਨੀ ਰੋਲੀ, ਪੰਜਾਬ ਦੀ ਜਵਾਨੀ ਰੋਲੀ, ਅਤੇ ਕੈਪਟਨ ਵੀ ਉਸ ਤੋਂ ਬਾਹਰ ਨਹੀਂ ਹੈ। ਇਹ ਚੀਜ਼ਾਂ ਸਾਨੂੰ ਆਪ ਸਮਝ ਆਉਣੀਆਂ ਚਾਹੀਦੀਆਂ ਨੇ। ਜੇਕਰ ਅਸੀਂ ਇਹ ਚੀਜ਼ਾਂ ਇਸ ਕਦਰ ਨਹੀਂ ਦੱਸਾਂਗੇ, ਬੱਚਿਆਂ ਨੂੰ ਨਹੀਂ ਸਮਝਾਵਾਂਗੇ, ਤਾਂ ਸਾਡੀ ਨੌਜਵਾਨੀ ਕਿੱਦਾਂ ਸਮਝੇ? ਕਿਉਂਕਿ ਵੋਟਾਂ ਫਿਰ ਤੋਂ ਸਿਰ 'ਤੇ ਨੇ। ਕੱਲ੍ਹ ਨੂੰ ਫਿਰ ਤੋਂ ਲਿਆ ਕੇ ਟਰੱਕ ਖੜਾ ਕਰ ਦੇਣਗੇ ਦਾਰੂ ਦਾ ਭਰ ਕੇ, ਬੋਤਲ ਪਿੰਡ 'ਚ ਫੜਾ ਦੇਣਗੇ, ਵੋਟਾਂ ਫਿਰ ਤੋਂ ਉੱਧਰਲੇ ਪਾਸੇ ਚੱਲ ਜਾਣਗੀਆਂ ਕਿ ਹਰ ਪਿੰਡ ਦੇ ਵਿੱਚ ਸਰਪੰਚ ਜਾਂ ਤਾਂ ਅਕਾਲੀਆਂ ਦਾ ਹੋਊਗਾ ਅਤੇ ਜਾਂ ਕਾਂਗਰਸ ਦਾ ਹੋਊਗਾ। ਤੁਸੀਂ ਭਾਜੀ ਇਸ ਦੇ ਉੱਤੇ ਕੀ ਕਹੋ? ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ। ਜਿਹੜੇ ਹਾਲਾਤ ਹੈ
ਮਤਲਬ ਸਾਨੂੰ ਵਿਕਾਊ ਬਣਾਤਾ, ਭਿਖਾਰੀ ਬਣਾਤਾ। ਮਤਲਬ ਕਦੇ ਆਟੇ ਦਾਲ ਪਰ ਲਾਤਾ, ਕਦੇ ਦਾਰੂ ਪਰ ਲਾਤਾ। ਵੋਟ ਹੁਣ ਵੀ ਉਸੇ ਹਿਸਾਬ ਨਾਲ ਪੈ ਰਹੀ ਹੈ। ਅਤੇ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਜਿਹੜਾ ਅਸੀਂ ਵੀ ਹੁਣ ਤੱਕ ਅਸੀਂ ਕਸੂਰਵਾਰ ਹਾਂ ਉਹਦੇ ਵਿੱਚ, ਅਸੀਂ ਵੀ ਉਸ ਮਤਲਬ ਚੀਜ਼ ਦੇ ਭਾਗੀਦਾਰ ਰਹੇ ਹਾਂ ਅਤੇ ਅੱਜ ਅਸੀਂ ਉਸੇ ਚੀਜ਼ ਦੇ ਜਵਾਬ ਦੇ ਹਾਂ। ਅਤੇ ਜਿਹੜੀ ਹੁਣ ਅੱਗੇ ਵਾਲੀ ਚੋਣ ਦੀ ਗੱਲ ਤੁਸੀਂ ਕੀਤੀ ਹੈ, ਇਹ ਬਿਲਕੁਲ ਸਾਨੂੰ ਹੁਣ ਤੇ ਹੀ ਸੋਚਣਾ ਪਊਗਾ, ਨਹੀਂ ਤਾਂ ਫਿਰ ਉਹੀ ਰਿਜ਼ਲਟ ਫਿਰ ਸਾਹਮਣੇ ਆਊਗਾ। ਨਹੀਂ, ਮੈਂ ਇੱਕ ਚੀਜ਼ ਆਪਣੇ ਚੈਨਲ ਦੇ ਥਰੂ ਮੈਂ ਤੁਹਾਡੇ ਤੋਂ ਇੱਕ ਪ੍ਰੋਮਿਸ, ਤਿੰਨ ਤੁਸੀਂ ਵੱਡੇ ਹੋ ਭਰਾ ਬੈਠੇ ਹੋ ਸਾਡੇ, ਇੱਕ ਵਾਅਦਾ ਮੈਂ ਜ਼ਰੂਰ ਲੈਣਾ ਚਾਹੂੰਗਾ। ਇਹ ਘੱਟੋ ਘੱਟ ਜਿਹੜੇ ਇਲਾਕੇ ਤੱਕ ਤੁਹਾਡੀ ਪਹੁੰਚ ਹੈ ਉੱਥੇ ਦੇ ਨੌਜਵਾਨਾਂ ਨੂੰ ਇਹ ਅਸਲੀਅਤ ਤੋਂ ਤੁਸੀਂ, ਕਿਉਂਕਿ ਬੱਚਿਆਂ ਨੂੰ ਚਾਹੇ ਉਹ ਜਾਣੂ ਹੋ ਗਏ ਨੇ ਜੋ ਆਰਡੀਨੈਂਸ ਪਾਸ ਹੋਏ ਨੇ, ਹਰਸਿਮਰਤ ਨੇ ਅਸਤੀਫਾ ਦਿੱਤਾ, ਜੋ ਇਹਨਾਂ ਨੇ ਆਪਣੇ ਵੱਲੋਂ ਚਾਲ ਚੱਲੀ, ਜਿੱਦਾਂ ਦਿਖਾਵਾ ਕੀਤਾ ਲੋਕਾਂ ਨੂੰ, ਸਭ ਤੋਂ ਵੱਡਾ ਗੁਨਾਹ ਫੇ ਵੀ ਇਹ ਕਰਕੇ 3.5 ਤਖ਼ਤਾਂ ਤੋਂ ਇਹਨਾਂ ਨੇ ਸਿਆਸੀ ਰੈਲੀਆਂ ਕੱਢੀਆਂ। ਠੀਕ ਹੈ ਜੀ, ਮੈਨੂੰ ਇਹ ਦੱਸੋ ਕਿ ਤੁਸੀਂ ਮੋਰਚੇ ਲਾ ਕੇ ਬੈਠੇ ਹੋ, SGPC ਦਾ ਲੰਗਰ ਕਿਸੇ ਮੋਰਚੇ ਦੇ ਵਿੱਚ ਪਹੁੰਚ ਰਿਹਾ ਤੁਹਾਡੇ ਕੋਲ? ਕਿਸੇ ਵੀ ਮੋਰਚੇ 'ਚ ਪੂਰੇ ਪੰਜਾਬ 'ਚ। ਪਰ ਬਾਦਲਾਂ ਦੀਆਂ ਰੈਲੀਆਂ ਦੇ ਵਿੱਚ ਲੰਗਰ ਕਿੱਦਾਂ SGPC ਦਾ ਪਹੁੰਚ ਜਾਂਦਾ ਹੈ? ਕਦੀ ਇਹ ਚੀਜ਼ ਦੇ ਸਵਾਲ ਕਿਸੇ ਨੇ ਖੜਾ ਕੀਤਾ, ਚੱਕਿਆ? ਇਹ ਉਹ ਚੀਜ਼ਾਂ ਨੇ ਸੋਚਣ ਵਾਲੇ, ਕਿਉਂਕਿ SGPC ਸਾਡੀ ਸਰਮੋਰ ਜਥੇਬੰਦੀ ਹੈ ਸਿੱਖ ਕੌਮ ਦੀ, ਗਰੀਬਾਂ ਦੇ ਹੱਕ ਵਾਸਤੇ। ਠੀਕ ਹੈ ਜੀ, ਗਰੀਬ ਕਾ ਮੂੰਹ ਗੁਰੂ ਕੀ ਗੋਲਕ ਐਵੇਂ ਹੀ ਨਹੀਂ ਕਿਹਾ ਜਾਂਦਾ, ਪਰ ਇਹ ਗੋਲਕਾਂ ਉਹ ਬਣ ਗਈਆਂ ਨੇ ਜਿਹੜੀਆਂ ਸਿਆਸੀ ਧਿਰਾਂ ਦੇ ਘਰੇ ਜਾ ਕੇ ਖੁੱਲ੍ਹਦੀਆਂ ਨੇ। ਸਾਡੇ ਬੱਚਿਆਂ ਨੂੰ ਇਹ ਕੌਣ ਸਮਝਾਵੇਗਾ? ਕੌਣ ਜਵਾਨੀ ਨੂੰ ਦੱਸੇਗਾ? ਜਦੋਂ ਗਾਜ ਗਿਰਦੀ ਹੈ, ਜਦੋਂ ਅੱਗ ਲੱਗਦੀ ਹੈ ਸਾਡੇ ਖੇਤ ਨੂੰ, ਉਦੋਂ ਅਸੀਂ ਪਾਣੀ ਦੀ ਬਾਲਟੀ ਚੱਕਣ ਨੂੰ ਭੱਜਦੇ ਹਾਂ ਕਿ ਹੁਣ ਬੁਝਾਈਏ। ਇੱਕ ਖੂੰਜਾ ਬੁਝਾ ਲਓਗੇ, ਦੂਜੇ ਖੂੰਜੇ 'ਤੇ ਤਾਂ ਮੱਚਦੀ ਪਈ ਹੈ, ਉਹ ਤੁਸੀਂ ਕਿੱਦਾਂ ਬੁਝਾਓਗੇ? ਨੌਜਵਾਨੀ ਜੇ ਤਿਆਰ ਨਹੀਂ ਕਰੋਗੇ ਅਜਿਹੇ ਸਿਆਸਤਦਾਨਾਂ ਨੂੰ ਸਾਂਭਣ ਵਾਸਤੇ, ਜਵਾਬ ਦੇਣ ਵਾਸਤੇ, ਕਿਉਂਕਿ ਤੁਹਾਡੇ ਨਾਲ ਗੱਲਾਂ ਕੀਤੀਆਂ, ਮੈਂ ਦਿਲ ਖੋਲ੍ਹ ਕੇ ਗੱਲਾਂ ਕੀਤੀਆਂ, ਤੁਹਾਡੇ ਜਵਾਬ ਵੀ ਸੁਣੇ, ਪਰ ਉਹ ਜਵਾਬਦਾਰੀ ਜਿਹੜੀ ਉਹਨਾਂ ਨੂੰ ਦੇਣੀ ਬਣਦੀ ਹੈ, ਤੁਹਾਨੂੰ ਆਪ ਉਹ ਚੀਜ਼ ਦਾ ਅਹਿਸਾਸ ਵੀ ਹੋਇਆ ਹੋਊਗਾ, ਮਹਿਸੂਸ ਵੀ ਹੋਇਆ ਹੋਊਗਾ ਕਿ ਅਸੀਂ ਅੱਜ ਵੀ ਉਹ ਜਵਾਬਦਾਰੀ ਨਹੀਂ ਦੇ ਪਾ ਰਹੇ, ਤਾਂ ਅਸੀਂ ਆਪਣੀ ਨੌਜਵਾਨੀ ਨੂੰ, ਬੱਚਿਆਂ ਨੂੰ ਕੀ ਸਮਝਾਵਾਂਗੇ, ਕੀ ਸਿਖਾਵਾਂਗੇ? ਅਤੇ ਮੈਂ ਇੱਕੋ ਹੀ ਵਾਅਦਾ ਤੁਹਾਡੇ ਤੋਂ ਲੈਣਾ ਚਾਹਾਂਗਾ, ਸੱਚਾਈ ਅਤੇ ਇਮਾਨਦਾਰੀ ਦੇ ਨਾਲ ਆਪਣੀ ਨੌਜਵਾਨੀ ਨੂੰ, ਆਪਣੇ ਪਿੰਡ ਦੀ ਨੌਜਵਾਨੀ ਨੂੰ ਇਹ ਫਰਕ ਸਮਝਾਉਣ ਦੀ ਕੋਸ਼ਿਸ਼ ਕਰਿਓ, ਕਿਉਂਕਿ ਹੁਣ ਆਹ ਜਿਹੜੀ ਮੂਵਮੈਂਟ ਸ਼ੁਰੂ ਹੋਈ ਹੈ, ਇਹ ਕਿਸੇ ਵੀ ਘੁਸਪੈਠੀਏ ਦੇ ਘੁਸਣ ਦੇ ਨਾਲ ਫੇਲ ਨਾ ਹੋਣ ਦਿਓ। ਬਹੁਤ ਤਰੀਕੇ ਸਰਕਾਰਾਂ ਅਪਣਾਉਣਗੀਆਂ, ਬਹੁਤ ਤਰੀਕੇ ਨਾਲ ਢਾਹ ਲਾਉਣਗੀਆਂ, ਅਤੇ ਬਹੁਤ ਤਰੀਕੇ ਮੈਂ ਤੁਹਾਨੂੰ ਦੱਸੇ ਵੀ ਨੇ, ਸਮਝਾਏ ਵੀ ਨੇ ਕਿ ਕਿੱਦਾਂ ਕਿੱਦਾਂ ਇਹ ਚੀਜ਼ਾਂ ਹੋਣਗੀਆਂ। ਇਸ ਚੀਜ਼ ਨੂੰ ਤਾਰੋਪੀੜ ਕਿੱਦਾਂ ਕੀਤਾ ਜਾਊਗਾ, ਉਹ ਚੀਜ਼ਾਂ ਸਾਨੂੰ ਸਮਝਣੀਆਂ ਪੈਣੀਆਂ ਨੇ। ਜਿੱਥੇ ਸਰਕਾਰਾਂ ਸੋਚਦੀਆਂ ਨੇ ਉਹਨਾਂ 'ਤੇ ਅੱਗੇ ਸੋਚਣਾ ਪੈਣਾ ਆ। ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਇਹਦੇ ਨਾਲ ਜ਼ਰੂਰ ਐਗਰੀ ਹੋਗੇ। ਅਤੇ ਜੇ ਕਿ ਮੈਂ ਤੁਹਾਨੂੰ ਕਿਤੇ ਵੀ ਗਲਤ ਲੱਗਿਆ ਹੋਵਾਂ ਜਾਂ ਮੇਰੇ ਕੋਈ ਵੀ ਸ਼ਬਦ ਤੁਹਾਨੂੰ ਬੁਰੇ ਲੱਗੇ ਹੋਣ, ਉਹਦੇ ਵਾਸਤੇ ਮੈਂ ਹੱਥ ਬੰਨ੍ਹ ਕੇ ਮਾਫੀ ਮੰਗਦਾ ਹਾਂ। ਅੰਤ ਦੇ ਵਿੱਚ ਕੁਝ ਕਹਿਣਾ ਚਾਹੋਗੇ ਤੁਸੀਂ ਸੰਗਤਾਂ ਨੂੰ? ਮੈਂ ਸੰਗਤਾਂ ਨੂੰ ਇਹੀ ਬੇਨਤੀ ਕਰਦਾ ਕਿ ਨੌਜਵਾਨ ਅੱਗੇ ਆਉਣ ਅਤੇ ਸਾਰੇ ਰਲ ਮਿਲ ਕੇ ਇੱਕ ਦੂਜੇ 'ਤੇ ਵਿਸ਼ਵਾਸ ਕਰਕੇ, ਭਰੋਸੇ 'ਤੇ ਰਲ ਮਿਲ ਕੇ ਜਿਹੜੀਆਂ ਇਹ ਰਾਜਨੀਤਿਕ ਪਾਰਟੀਆਂ ਕਾਂਗਰਸ, ਅਕਾਲੀ ਅਤੇ ਭਾਜਪਾ, ਇਹਨਾਂ ਨੂੰ ਮੂੰਹ ਤੋੜਵਾਂ ਜਵਾਬ ਦੇਵੋ ਅਤੇ ਰਲ ਮਿਲ ਕੇ ਇੱਕ ਥਾਂ ਵੋਟ ਪਾਓ ਅਤੇ ਲਾਲਚੀ ਮਤ ਹੋਣਾ, ਕਿਉਂਕਿ ਵੋਟ ਲਾਲਚ ਵਿੱਚ ਵਿਕ ਜਾਂਦੀ ਹੈ। ਵਿਕਣਾ ਨਹੀਂ, ਆਪਣੀ ਜ਼ਮੀਰ ਨੂੰ ਵੇਚਣਾ ਨਹੀਂ, ਜਾਗਦੀ ਜ਼ਮੀਰ ਬਣ ਕੇ ਆਪਾਂ ਸਾਰਿਆਂ ਰਲ ਮਿਲ ਕੇ ਇਹਨਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਹੈ। ਆਪਣੀ ਬੇਨਤੀ ਇਹੀ ਹੈ ਜੀ, ਸਾਰੀ ਜਿਹੜੇ ਨੌਜਵਾਨੀ ਆ ਹੁਣ ਵੀ ਅੱਗੇ ਨੂੰ ਜਿਹੜੀ ਵੀ ਹੁਣ ਜੋ ਇਹ ਸੰਘਰਸ਼ ਚੱਲ ਰਿਹਾ, ਇਹਦੇ 'ਚ ਨਵੀਂ ਲੀਡਰਸ਼ਿਪ ਤਿਆਰ ਕੀਤੀ ਜਾਵੇ। ਪੁਰਾਣੀ ਪਰ ਭਰੋਸਾ ਕਰਨ ਦੀ ਲੋੜ ਨਹੀਂ, ਪੁਰਾਣਾ ਤਾਂ ਅਸੀਂ ਬਹੁਤ ਦੇਰ ਤੋਂ ਦੇਖਦੇ ਆ ਰਹੇ ਹਾਂ। ਨਵੀਂ ਲੀਡਰਸ਼ਿਪ ਪੈਦਾ ਕਰਕੇ ਬਾਈ ਉਹਨਾਂ ਨਾਲ ਚਲਾਈ ਜਾਵੇ। ਬਿਲਕੁਲ ਜੀ, ਸਾਡੀ ਹੋਂਦ ਨੂੰ ਜੋ ਖਤਰਾ ਹੋ ਰਿਹਾ, ਸਾਡੇ ਧਰਮ ਨੂੰ ਜੋ ਆਪਣਿਆਂ ਵੱਲੋਂ ਕੀਤਾ ਜਾ ਰਿਹਾ, ਸਾਨੂੰ ਖੁਦ ਨੂੰ ਹੁਣ ਜੇਕਰ ਅਸੀਂ ਚਾਹੁੰਦੇ ਹਾਂ ਤਾਂ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਸਾਨੂੰ ਖੁਦ ਉਹਨਾਂ ਨੌਜਵਾਨਾਂ ਨੂੰ, ਨਵੀਂ ਪੀੜ੍ਹੀ ਆ ਰਹੀ ਹੈ, ਇਹਨਾਂ ਬਾਰੇ ਸਮਝਾਉਣਾ ਪਵੇਗਾ ਕਿ ਸਿਆਸਤਦਾਨ ਇਸ ਤਰ੍ਹਾਂ ਦੇ ਰਹੇ ਨੇ, ਇਹ ਕੁਝ ਨੁਕਸਾਨ ਝੱਲਣਾ ਪਿਆ ਅਤੇ ਅੱਗੇ ਤੁਹਾਡੀ ਇਹ ਜ਼ਿੰਮੇਵਾਰੀ ਹੈ। ਉਹਨਾਂ ਨੂੰ ਸਾਨੂੰ ਜਥੇਬੰਦ ਕਰਨਾ ਪਵੇਗਾ ਤਾਂ ਕਿ ਆਉਣ ਵਾਲੇ 2022 ਤੱਕ ਜੇਕਰ ਹੁਣ ਸਮਾਂ ਹੈ, ਅਸੀਂ ਇਸ ਦਾ ਜਵਾਬ ਉਹਨਾਂ ਨੂੰ ਜਥੇਬੰਦ ਰੂਪ ਦੇ ਵਿੱਚ ਦੇ ਦਈਏ। ਜੀ, ਅਤੇ ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਜੋ ਇਹ ਹੁਣ ਮੂਵਮੈਂਟ ਖਤਮ ਹੋਈ ਹੈ, ਇਸ ਦੇ ਵਿੱਚੋਂ ਇੱਕ ਬਹੁਤ ਚੰਗੀ ਸਾਫ ਸੁਥਰੀ ਸਿਆਸਤ ਵੀ ਜਨਮ ਲੈ ਸਕਦੀ ਹੈ। ਨੌਜਵਾਨ ਬਹੁਤ ਅੱਛੇ ਅੱਗੇ ਆ ਰਹੇ ਨੇ, ਪੜ੍ਹੇ ਲਿਖੇ ਸੱਜਣ ਬਹੁਤ ਵਧੀਆ ਅੱਗੇ ਆ ਰਹੇ ਨੇ, ਅਤੇ ਅਸੀਂ ਵੀ ਰੱਬ ਅੱਗੇ ਇਹੀ ਦਿਲੋਂ ਅਰਦਾਸ ਕਰਾਂਗੇ ਕਿ ਇਸ ਵਾਰ ਸਿਆਸੀ ਪਲੜਾ ਇਸ ਤਰੀਕੇ ਨਾਲ ਪਲਟਿਆ ਜਾਵੇ, ਤਖਤਾ ਇਸ ਤਰੀਕੇ ਨਾਲ ਪਲਟਿਆ ਜਾਵੇ ਕਿ ਜਿਹੜੀਆਂ ਇਹ ਸਿਆਸਤੀ ਰੋਟੀਆਂ ਹੁਣ ਤੱਕ ਸੇਕਦੇ ਆਏ ਨੇ, ਪੰਜਾਬ ਨੂੰ ਖੌਰੂ ਲਾਉਂਦੇ ਆਏ ਨੇ, ਜਿਹੜੀਆਂ ਰਵਾਇਤੀ ਪਾਰਟੀਆਂ ਅਕਾਲੀ ਭਾਜਪਾ ਜਾਂ ਕਾਂਗਰਸ ਹੋ ਗਏ, ਜਾਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ, ਕਿਉਂਕਿ ਉੱਤੇ ਵੀ ਭਰੋਸਾ
ਭਰੋਸਾ ਹੁਣ ਨਹੀਂ ਰਿਹਾ ਜਿਸ ਤਰੀਕੇ ਨਾਲ ਚੱਲ ਰਹੇ ਨੇ। ਇਸ ਲਈ ਸਾਨੂੰ ਵੋਟ ਦਾ ਭੁਗਤਾਨ ਕਰਨ ਤੋਂ ਪਹਿਲਾਂ ਰੂਹ ਦੀ ਸੁਣਨੀ ਹੋਵੇਗੀ। ਕਿਤੇ ਅਸੀਂ ਦਹਾਕਿਆਂ ਤੋਂ ਜੋ ਗਲਤੀ ਕਰਦੇ ਆ ਰਹੇ ਹਾਂ ਉਹ ਗਲਤੀ ਮੁੜ ਤਾਂ ਨਹੀਂ ਦੁਹਰਾ ਰਹੇ, ਕਿਤੇ ਆਪਣੇ ਬੱਚਿਆਂ ਦਾ ਭਵਿੱਖ ਮੁੜ ਅਸੀਂ ਕਾਲੇ ਖੂਹ 'ਚ ਤਾਂ ਨਹੀਂ ਪਾ ਰਹੇ। ਇਸ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਵੋਟ ਭੁਗਤਾਉਣਾ। ਤੇ ਜਿੱਥੇ ਤੱਕ ਰਹੇ ਮੋਰਚਿਆਂ ਦੀ ਗੱਲ, ਜਿੱਥੇ ਤੱਕ ਰਹੀ ਆਪਣੀਆਂ ਮੰਗਾਂ ਮਨਵਾਉਣ ਦੀ ਗੱਲ, ਤਾਂ ਮੈਂ ਕਿਸਾਨ ਜਥੇਬੰਦੀਆਂ ਨੂੰ ਹੱਥ ਬੰਨ੍ਹ ਕੇ ਇਹ ਬੇਨਤੀ ਕਰਾਂਗਾ ਕਿ ਇੱਕ ਵਾਰ ਇਸ ਗੱਲ ਉੱਤੇ ਚਿੰਤਨ ਜ਼ਰੂਰ ਕਰਨਾ ਕਿ ਪਿਛਲੇ 50 ਸਾਲ ਤੋਂ ਤੁਸੀਂ ਡਾਂਗਾ ਖਾਧੀਆਂ, ਲਾਠੀਆਂ ਖਾਧੀਆਂ, ਸ਼ਹਾਦਤਾਂ ਦਿੱਤੀਆਂ ਆਪਣੀਆਂ ਮੰਗਾਂ ਵਾਸਤੇ, ਪਰ ਅੱਜ ਵੀ ਅਸੀਂ ਉਸੇ ਮੰਗਾਂ ਉੱਤੇ ਖੜ੍ਹੇ ਹਾਂ। ਹੱਕ ਅਸੀਂ ਕਦੋਂ ਮੰਗਾਂਗੇ ਜੇ ਅਸੀਂ ਮੰਗਾਂ ਤੋਂ ਬਾਹਰ ਨਹੀਂ ਨਿਕਲੇ? ਜੇਕਰ ਇਸ ਚੀਜ਼ ਦਾ ਜਵਾਬ ਹੋਵੇ ਤਾਂ ਪਲੀਜ਼ ਨੀਚੇ ਕਮੈਂਟਸ 'ਤੇ ਮੈਨੂੰ ਜ਼ਰੂਰ ਦੇਣਾ। ਤੇ ਬਾਕੀ ਮੈਂ ਇਹੀ ਕਹਾਂਗਾ ਕਿ ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਲਿਵਲਾਈ। ਹਰ ਸ਼ੋਅ ਦੇ ਵਿੱਚ ਇਹ ਗੱਲ ਮੈਂ ਕਹਿਣਾ ਆ ਕਿ ਜਦੋਂ ਤੱਕ ਅਸੀਂ ਇਕੱਠੇ ਇੱਕ ਮੰਚ 'ਤੇ ਨਹੀਂ ਹੁੰਦੇ, ਆਪਣੇ ਹਉਮੈ ਨਹੀਂ ਛੱਡਦੇ, ਹੰਕਾਰ ਨਹੀਂ ਛੱਡਦੇ, ਕੁਰਸੀਆਂ ਦਾ ਲਾਲਚ ਨਹੀਂ ਛੱਡਦੇ, ਅਹੁਦੇਦਾਰੀਆਂ ਨਹੀਂ ਛੱਡਦੇ, ਉਦੋਂ ਤੱਕ ਅਸੀਂ ਜਿੱਤ ਨਹੀਂ ਸਕਦੇ। ਹਰ ਕੋਈ ਅਹੁਦੇਦਾਰ ਬਣਨਾ ਚਾਹੁੰਦਾ ਹੈ, ਹਰ ਕੋਈ ਆਪਣੇ ਆਪ ਨੂੰ ਸੰਤ ਮਹਾਂਪੁਰਖ ਦਿਖਾਉਣਾ ਚਾਹੁੰਦਾ, ਪਰ ਗੁਰੂ ਦਾ ਸਿਪਾਹੀ ਕੋਈ ਨਹੀਂ ਬਣਨਾ ਚਾਹੁੰਦਾ। ਅੱਜ ਵੇਲਾ ਹੈ ਹਰ ਕਿਸੇ ਨੂੰ ਸਿਪਾਹੀ ਬਣਨ ਦਾ। ਸਿਪਾਹੀ ਬਣੋਗੇ ਜਿੱਤ ਜਾਓਗੇ। ਜੇਕਰ ਆਪਣੇ ਆਪ ਨੂੰ ਤੁਸੀਂ ਅਹੁਦੇਦਾਰ ਹੀ ਬਣਾ ਕੇ ਰੱਖਣਾ ਹੈ ਤਾਂ ਮੈਨੂੰ ਲੱਗਦਾ ਕਿ ਉਹ ਅਹੁਦੇਦਾਰੀਆਂ ਤੁਹਾਨੂੰ ਫੇ ਲੈ ਟੁੱਪਣਗੀਆਂ। ਇਸੇ ਦੇ ਨਾਲ ਆਪਣੇ ਹੋਸਟ ਦੇ ਦੋਸਤ ਪ੍ਰੀਤ ਸੈਣੀ ਹੁੰਦੀ ਹੋਏ ਇਜਾਜ਼ਤ। ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਦਿਓ ਇਜਾਜ਼ਤ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।